सतनाम वाहिगुरु साहिब जीओ। नमस्त्वं अकाले नमस्त्वं अपाले नमो राज राजे नमो साज साजे नमो शाह शाहे नमो माह माहे नमो गीत गीते नमो प्रीत प्रीते नमो रोख रोखे नमो सोख सोखे नमो सर्ब रोगे नमो सर्ब भोगे नमो सर्वजीतं नमो सर्वभीतं नमो सर्वज्ञानं नमो परमतानं। हजूर इस बाणी विच जिस नूं ਕਹਿੰਦੇ ਨੇ ਇੱਕ ਬਾਣੀ ਦੇ ਭਾਵ ਅਰਥ ਹੁੰਦੇ ਨੇ। ਇਸ ਤੋਂ ਤੀਸਰੇ ਨੰਬਰ 'ਤੇ ਉਸ ਬਾਣੀ ਦੇ ਆਤਮਿਕ ਅਰਥ, ਆਤਮਿਕ ਸਵਰੂਪ। ਪਰ ਇਹਨਾਂ ਤੋਂ ਇੱਕ ਵੱਖਰੀ ਚੀਜ਼ ਹੈ, ਕਿਸੇ ਵੀ ਸ਼ਬਦ ਨੂੰ ਸਮਝਣਾ ਹੋਵੇ ਤਾਂ ਉਹਦੇ ਵਾਸਤੇ ਇੱਕ ਚੀਜ਼ ਨੂੰ ਲੱਭਣਾ ਅਤਿ ਜ਼ਰੂਰੀ ਹੈ ਕਿ ਜੋ ਬਾਣੀ ਉਚਾਰਨ ਵਾਲਾ ਹੈ ਉਹ ਉਚਾਰਨ ਦੇ ਵਕਤ ਕਿਹੜੀ ਅਵਸਥਾ ਵਿੱਚ ਬਾਣੀ ਉਚਾਰ ਰਿਹਾ ਹੈ, ਕਿਹੜੀ ਸਟੇਜ 'ਤੇ ਹੈ, ਕਿਹੜੀ ਦਸ਼ਾ ਵਿੱਚ ਹੈ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਦੂਧ ਪੂਤ ਕੇ ਦਵਈਆ ਰੋਗ ਸੋਗ ਕੇ ਮਟਈਆ ਕਿਤੋਂ ਮਾਨੀ ਮਾਨ ਮਹਾਮਾਨ ਹੋ, ਉੱਥੇ ਸਤਿਗੁਰੂ ਬਾਹਰ ਵੇਖ ਕੇ ਪਦਾਰਥਾਂ ਵੱਲ, ਦੁੱਧ ਵੱਲ, ਪੁੱਤਰ ਵੱਲ ਵੇਖ ਕੇ ਬਾਣੀ ਉਚਾਰ ਰਹੇ ਨੇ। ਉੱਥੇ ਬਹੁਤੇ ਅੰਤਰਮੁਖੀ ਨਹੀਂ। ਪਰ ਜਿਹੜੀ ਬਾਣੀ ਜਾਪ ਸਾਹਿਬ ਹੈ, ਇਹ ਹਜ਼ੂਰ ਇਹਦੇ ਅੰਦਰ ਦਰਸ਼ਨ ਬਾਣੀ ਇਸ ਨੂੰ ਕਹਿ ਸਕਦੇ ਹਾਂ ਕਿ ਦੀਦਾਰ ਕਰਕੇ ਉਚਾਰੀ ਹੋਈ। ਜਦੋਂ ਉਹਨਾਂ ਨੇ ਅਕਾਲ ਪੁਰਖ ਦੇ ਬਿਲਕੁਲ ਨੇੜਿਓਂ ਦੀਦਾਰ ਕੀਤੇ, ਜਿਵੇਂ ਕਿਸੇ ਚੀਜ਼ ਨੂੰ ਵੇਖ ਕੇ ਬੰਦਾ ਉਹਦੀ ਖਬਰ ਬਾਹਰ ਦਿੰਦਾ ਹੈ। ਜਿਵੇਂ ਕੋਈ ਇੱਥੋਂ ਪਹਾੜ 'ਤੇ ਹਿਮਾਲਿਆ ਪਰਬਤ 'ਤੇ ਚਲਾ ਜਾਏ ਤਾਂ ਉੱਥੇ ਉਸ ਥਾਂ ਦੇ ਮੌਸਮ ਨੂੰ ਦੇਖ ਕੇ, ਉੱਥੋਂ ਦੀ ਬਰਫ਼ ਪੈਂਦੀ ਹੋਈ ਦੇਖ ਕੇ, ਉੱਥੋਂ ਦੇ ਵਗਦੇ ਹੋਏ ਝਰਨਿਆਂ ਨੂੰ ਵੇਖ ਕੇ, ਉੱਥੋਂ ਦੀ ਸਾਰੀ ਦਸ਼ਾ ਨੂੰ ਵੇਖ ਕੇ ਇੱਥੋਂ ਵਾਲੇ ਲੋਕਾਂ ਨਾਲ ਕਿਸੇ ਤਰੀਕੇ ਨਾਲ ਗੱਲ ਕਰਕੇ ਉਹਨਾਂ ਨੂੰ ਦੱਸਦਾ ਹੈ ਕਿ ਮੈਂ ਇਹ ਚੀਜ਼ਾਂ ਵੇਖ ਰਿਹਾ। ਇੱਕ ਇਹ ਤਰੀਕਾ ਹੈ। ਹਜ਼ੂਰ ਅਕਾਲ ਪੁਰਖ ਦੇ ਦੇਸ਼ ਨਾਲ ਜੁੜੇ ਹੋਏ ਨੇ। ਜਦੋਂ ਜਾਪ ਸਾਹਿਬ ਉਚਾਰ ਰਹੇ ਨੇ, ਉਸ ਦੇਸ਼ ਦੀ ਸਾਰੀ ਖਬਰ ਇਸ ਬਾਣੀ ਵਿੱਚ ਹੈ। ਉਹ ਕਿਵੇਂ ਦਾ ਹੈ? ਸਤਿਗੁਰੂ ਨੇ ਬਚਨ ਕੀਤਾ, ਕਹਿੰਦੇ ਨਮਸਤਵੰ ਅਕਾਲੇ। ਕਹਿੰਦੇ ਜਿਸ ਦੇਸ਼ ਵਿੱਚ ਨਿਰੰਕਾਰ ਦਾ ਨਿਵਾਸ ਹੈ, ਉੱਥੇ ਟਾਈਮ ਨਹੀਂ ਹੈ। ਅਕਾਲੇ ਦਾ ਮਤਲਬ ਕਾਲ ਨਹੀਂ ਹੈ। ਕਾਲ ਦਾ ਮਤਲਬ ਟਾਈਮ, ਸਮਾਂ। ਉੱਥੇ ਕੋਈ ਘੜੀ ਨਹੀਂ ਚੱਲਦੀ,
ਨਾ ਉੱਥੇ ਸਵੇਰ ਹੁੰਦੀ ਹੈ, ਨਾ ਉੱਥੇ ਦੁਪਹਿਰ ਹੁੰਦੀ ਹੈ, ਨਾ ਉੱਥੇ ਰਾਤ ਪੈਂਦੀ। ਸੂਰਜ ਚੰਦਰਮਾ ਉੱਥੇ ਨਹੀਂ ਚੜ੍ਹਦੇ, ਪੰਜਾਂ ਤੱਤਾਂ ਦਾ ਪਸਾਰਾ ਉੱਥੇ ਹੈ ਨਹੀਂ। ਜਦੋਂ ਸਤਿਗੁਰੂ ਕਹਿੰਦੇ ਕਿ ਇਸ ਦਸ਼ਾ ਵਿੱਚ ਜਾ ਕੇ ਜਿੱਥੇ ਅਕਾਲ ਪੁਰਖ ਦੇ ਨਾਲ ਜਗਿਆਸੂ ਦਾ ਸੰਪਰਕ ਹੁੰਦਾ ਹੈ, ਉਹਨੂੰ ਕਹਿੰਦੇ ਅਕਾਲੀ ਦਸ਼ਾ। ਜਿੱਥੇ ਕਾਲ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਉੱਥੇ ਬਾਹਰਲੀ ਸਰੀਰ ਦਾ ਵੀ ਕੋਈ ਪ੍ਰਭਾਵ ਨਹੀਂ। ਤਾਂ ਹੀ ਕਹਿੰਦੇ ਨੇ ਗੁਰਮੁਖ ਬੁੱਢੇ ਕਦੇ ਨਹੀਂ। ਉੱਥੇ ਉਹ ਆਪਣੇ ਆਪ ਨੂੰ ਬੁੱਢੇ ਪ੍ਰਤੀਤ ਨਹੀਂ ਕਰਦੇ ਜਿਹੜੇ ਉਸ ਦਸ਼ਾ ਵਿੱਚ ਚਲੇ ਗਏ, ਕਿਉਂਕਿ ਜਵਾਨ ਹੋਣਾ, ਬੱਚੇ ਹੋਣਾ, ਤੰਦਰੁਸਤ ਹੋਣਾ, ਬਿਮਾਰ ਹੋਣਾ, ਤਾਕਤਵਰ ਹੋਣਾ, ਕਮਜ਼ੋਰ ਹੋਣਾ, ਇਹ ਤੇ ਸਰੀਰ ਦੀਆਂ ਅਵਸਥਾਵਾਂ ਨੇ। ਪਰ ਜਦੋਂ ਕੋਈ ਸਰੀਰ ਦੀ ਦੁਨੀਆ ਨੂੰ ਤਿਆਗ ਕੇ, ਸਰੀਰ ਦੀ ਦੁਨੀਆ ਨੂੰ ਛੱਡ ਕੇ ਸ਼ਬਦ ਦੀ ਦੁਨੀਆ ਵਿੱਚ ਚਲਾ ਜਾਂਦਾ ਹੈ, ਰੱਬ ਦੇ ਦੇਸ਼ ਵਿੱਚ ਨਿਵਾਸ ਕਰ ਜਾਂਦਾ ਹੈ, ਉੱਥੇ ਸਰੀਰ ਦੇ ਸਾਰੇ ਧਰਮਾਂ ਨਾਲੋਂ, ਸਰੀਰ ਦੇ ਸਾਰੇ ਸੁਭਾਵਾਂ ਨਾਲੋਂ ਉਹਦਾ ਇੱਕ ਤਰ੍ਹਾਂ ਕਹਿ ਲਓ ਬਈ ਨਾਤਾ ਹੀ ਟੁੱਟ ਗਿਆ। ਉੱਥੇ ਉਹਨਾਂ ਦਾ ਕੋਈ ਅਸਰ ਨਹੀਂ ਪੈਂਦਾ, ਗਰਮੀ ਦਾ, ਠੰਡ ਦਾ, ਨੀਂਦ ਦਾ, ਭੁੱਖ ਦਾ। ਪਰ ਇੱਥੇ ਗੱਲ ਇੱਕ ਬਹੁਤ ਪਿਆਰ ਵਾਲੀ ਸਤਿਗੁਰਾਂ ਨੇ ਕਹੀ ਹੈ। ਉਹ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ, ਪਰ ਨਿਸ਼ਾਨੀ ਕੀ ਉਹਨਾਂ ਦੀ? ਇਹ ਕਹਿ ਲੈਣਾ ਕਾਫੀ ਨਹੀਂ। ਕਈ ਚੀਜ਼ਾਂ ਅਸੀਂ ਯਾਦ ਕਰ ਲੈਂਦੇ ਹਾਂ, ਉਹਨਾਂ ਨੂੰ ਪੜ੍ਹ ਲੈਂਦੇ ਹਾਂ, ਸਮਝ ਲੈਂਦੇ ਹਾਂ ਅਤੇ ਸੋਚ ਲੈਂਦੇ ਹਾਂ ਵੀ ਹੋ ਗਈਆਂ। ਨਹੀਂ, ਪੜ੍ਹਨਾ, ਸਮਝਣਾ, ਵੇਖਣਾ, ਸੋਚਣਾ ਹੋਰ ਗੱਲ ਹੈ, ਪਰ ਹੋ ਜਾਣਾ ਕਿਸੇ ਚੀਜ਼ ਦਾ, ਵਾਪਰ ਜਾਣਾ ਇੱਕ ਵੱਖਰੀ ਗੱਲ ਹੈ। ਸਤਿਗੁਰੂ ਨੇ ਕਿਹਾ ਕਿਹੜੇ ਗੁਰਮੁਖ ਜਿਨ੍ਹਾਂ ਦੇ ਉੱਤੇ ਸਰੀਰ ਦੇ ਕਿਸੇ ਵੀ ਅਵਸਥਾ ਦਾ ਕੋਈ ਪ੍ਰਭਾਵ ਨਹੀਂ, ਉਹਨਾਂ ਦੀ ਦਸ਼ਾ ਕਿਹੜੀ ਹੈ? ਕਹਿਣ ਲੱਗੇ ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਸੁਰਤੀ ਦਾ ਗਿਆਨ ਹੈ। ਹੁਣ ਸਾਨੂੰ ਸੁਰਤੀ ਦਾ ਗਿਆਨ ਨਹੀਂ, ਇੱਥੇ ਬੈਠੇ ਹੋਏ ਹਾਂ। ਇੱਥੇ ਸਾਨੂੰ ਗਿਆਨ ਦਾ ਅਰਥ ਹੈ ਜਾਣਨਾ। ਇੱਥੇ ਸਾਨੂੰ ਇਹ ਗਿਆਨ ਹੋ ਜਾਏਗਾ ਵੀ ਮੈਂ ਕੱਪੜੇ ਕਿਹੜੇ ਪਾਏ ਨੇ। ਇੱਥੇ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਉੱਤੇ ਰੁਮਾਲਾ ਸਾਹਿਬ ਕਿਹੜੇ ਲੱਗੇ ਹੋਏ ਨੇ। ਸੁਰਤ ਉਹਨੂੰ ਤੇ ਜਾਣ ਰਹੀ ਹੈ, ਉਹਦਾ ਗਿਆਨ ਹੈ। ਇਹ ਫੁੱਲ ਗੁਲਦਸਤੇ ਅੱਗੇ ਲੱਗੇ ਹੋਏ ਨੇ, ਪਰਦੇ ਲੱਗੇ ਹੋਏ ਨੇ, ਕੰਧਾਂ ਕਿਵੇਂ ਦੀਆਂ ਨੇ, ਫਲਾਣਾ ਆਦਮੀ ਆਇਆ, ਉਹਨੇ ਮੱਥਾ ਟੇਕਿਆ, ਉਹਦਾ ਚਿਹਰਾ ਮੋਹਰਾ ਕਿਵੇਂ ਦਾ, ਉਹਨੇ ਕੱਪੜੇ ਕਿਹੜੇ ਪਾਏ। ਇਹ ਸੁਰਤ ਵਿੱਚ ਇਹ ਤੇ ਗਿਆਨ ਸਾਡੇ ਇੱਥੇ ਹੈ। ਪਰ ਇੱਥੇ ਜਿਨ੍ਹਾਂ ਅੰਤਰ ਸੁਰਤ ਗਿਆਨ, ਇਸ ਸਾਰੇ ਕੁਝ ਨੂੰ ਫਲੋਪ ਕਰਕੇ, ਬੰਦ ਕਰਕੇ, ਤਾਂ ਕੇਵਲ ਸ਼ਬਦ ਦੀ ਆਵਾਜ਼ ਦਾ ਗਿਆਨ ਜਾਣਨਾ, ਉਹਦੇ ਵਿੱਚ ਪੂਰਾ ਧਿਆਨ 100% ਲਾਉਣਾ। ਫਿਰ ਉਹ ਬੰਦਾ ਕਾਲ ਤੋਂ ਅੱਗੇ ਨਿਕਲ ਜਾਏਗਾ, ਸਮੇਂ ਤੋਂ ਅੱਗੇ ਲੰਘ ਜਾਏਗਾ। ਉਹਦੀ ਉਮਰ ਦਾ ਉਹਦੇ 'ਤੇ ਕੋਈ ਪ੍ਰਭਾਵ ਨਹੀਂ, ਸਵੇਰੇ ਸ਼ਾਮ ਦਾ ਉਹਦੇ ਉੱਤੇ ਕੋਈ ਪ੍ਰਭਾਵ ਨਹੀਂ ਹੈ, ਸਰੀਰ ਦੇ ਦੁੱਖਾਂ ਸੁੱਖਾਂ ਦਾ ਉਹਦੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ। ਇੱਕ ਤਰ੍ਹਾਂ ਨਾਲ ਇਉਂ ਕਹਿ ਲਓ ਜਿਵੇਂ ਕੋਈ ਵਿਅਕਤੀ 2 ਦੇਸ਼ਾਂ ਦਾ ਨਿਵਾਸੀ ਹੋ ਜਾਂਦਾ ਹੈ, ਉਹਦੇ ਕੋਲ ਇੱਥੋਂ ਦੀ ਭਾਰਤ ਦੀ, ਇੰਡੀਆ ਦੀ ਨਾਗਰਿਕਤਾ ਵੀ ਹੈ, ਇੱਥੋਂ ਦਾ ਸਿਟੀਜ਼ਨ ਵੀ ਹੈ। ਦੂਸਰੇ ਪਾਸੇ ਉਹ ਕਿਸੇ ਹੋਰ ਦੇਸ਼, ਅਮਰੀਕਾ ਦਾ ਵੀ ਨਿਵਾਸੀ, ਦੋਵੇਂ ਉਹਦੇ ਕੋਲ ਕਾਰਡ ਨੇ, ਦੋਵਾਂ ਦੇਸ਼ਾਂ ਦਾ ਨਿਵਾਸੀ ਹੈ। ਅਤੇ ਉਹਦੇ ਕੋਲ ਇੱਕ ਮੁਹਾਰਤ, ਇੱਕ ਸ਼ਕਤੀ ਕਿਹੜੀ ਹੈ ਕਿ ਇੱਧਰ ਮੰਨ ਲਓ ਮੌਸਮ ਵਿੱਚ ਗਰਮੀ ਆਈ, ਉਸ ਦੇਸ਼ ਵਿੱਚ ਠੰਡ ਹੈ, ਤਾਂ ਉਹ ਇਸ ਦੇਸ਼ ਨੂੰ ਛੱਡ ਕੇ ਉੱਧਰ ਚਲਾ ਜਾਂਦਾ। ਇੱਥੋਂ ਦੀ ਗਰਮੀ ਦਾ ਉਹਦੇ ਉੱਤੇ ਕੋਈ ਪ੍ਰਭਾਵ ਨਹੀਂ, ਕਿਉਂਕਿ ਦੋਵਾਂ ਦੇਸ਼ਾਂ ਦਾ ਨਿਵਾਸੀ ਹੈ। ਜਦੋਂ ਉਹਦਾ ਮਨ ਕਰੇ ਉਹ ਇੱਧਰ ਵੀ ਆ ਸਕਦਾ, ਇੱਧਰ ਵੀ ਵਿਚਰ ਸਕਦਾ। ਤਾਂ ਉਹਦਾ ਦੋਵਾਂ ਦੇਸ਼ਾਂ ਦੇ ਮੌਸਮ ਦਾ ਉਹਦੇ ਉੱਤੇ ਬਹੁਤਾ ਪ੍ਰਭਾਵ ਨਹੀਂ, ਉਹ ਦੇਸ਼ ਬਦਲ ਲੈਂਦਾ ਹੈ। ਤਾਂ ਜਿਸ ਨੂੰ ਅਕਾਲੀ ਕਿਹਾ ਗਿਆ ਹੈ,
ਇਹ ਸ਼ਬਦ ਬਹੁਤ ਪਿਆਰਾ ਹੈ। ਅਕਾਲੀ ਦਾ ਮਤਲਬ ਜਿਹਦੇ ਉੱਤੇ ਉਹ ਕਾਲ ਦੇ ਦੇਸ਼ ਵਿੱਚ ਨਹੀਂ, ਉਹ ਟਾਈਮ ਦੇ ਦੇਸ਼ ਵਿੱਚ ਨਹੀਂ, ਇਹਦੇ ਤੋਂ ਪਾਰ ਸ਼ਬਦ ਦੇ ਦੇਸ਼ ਵਿੱਚ ਵੀ ਉਹ ਜਾ ਸਕਦਾ। ਜਿਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਗੁਰਮੁਖ ਆਵੈ ਜਾਏ ਨਿਸੰਗ। ਆਵੈ ਜਾਏ ਦਾ ਮਤਲਬ ਜਨਮ ਲੈਣਾ ਤੇ ਮਰਨਾ ਨਹੀਂ, ਖਿਆਲ ਰੱਖਣਾ। ਉੱਥੇ ਜਨਮ ਤੇ ਮਰਨ ਨਾਲ ਸੰਬੰਧ ਨਹੀਂ ਵੀ ਗੁਰਮੁਖ ਆਵੈ ਦਾ ਅਰਥ ਉਹਦਾ ਜਨਮ ਹੋਇਆ ਸੀ, ਵਧਾਈਆਂ ਮਿਲੀਆਂ, ਪਤਾਸੇ ਵੰਡੇ ਗਏ, ਇਹ ਨਹੀਂ ਆਉਣਾ ਉਸਦਾ। ਜਾਣ ਦਾ ਮਤਲਬ ਇਹ ਨਹੀਂ ਕਿ ਮੌਤ ਹੋ ਗਈ ਔਰ ਲੋਕਾਂ ਨੇ ਇਸ਼ਨਾਨ ਕਰਾ ਕੇ ਫੂਕ ਦਿੱਤਾ, ਫੁੱਲ ਚੁਗੇ ਗਏ, ਭੋਗ ਪੈ ਗਏ, ਇਹ ਜਾਣਾ ਨਹੀਂ ਗੁਰਮੁਖ ਦਾ। ਉਹਦਾ ਆਉਣਾ ਤੇ ਜਾਣਾ ਇਹ ਹੈ ਕਿ ਉਹਦੇ ਕੋਲ ਗੁਰੂ ਨੇ ਕਿਰਪਾ ਕਰਕੇ ਸ਼ਬਦ ਦੀ ਕਮਾਈ ਬਖਸ਼ਿਸ਼ ਕੀਤੀ ਹੈ, ਜਿਹਦੇ ਨਾਲ ਉਹ ਇਹਨਾਂ 9 ਇੰਦਰੀਆਂ ਦੇ ਵਿੱਚ ਵੀ ਆ ਜਾਂਦਾ ਹੈ। ਅੱਖਾਂ ਨਾਲ ਵੇਖ ਲੈਂਦਾ, ਮੂੰਹ ਨਾਲ ਖਾਂਦਾ ਹੈ, ਬੋਲ ਵੀ ਲੈਂਦਾ, ਹੱਥਾਂ ਨਾਲ ਕੰਮ ਵੀ ਕਰਦਾ, ਸੰਸਾਰ ਦੇ ਕਿਰਤ ਬਿਰਤ ਨੂੰ ਕਰ ਲੈਂਦਾ। ਪਰ ਇਹ ਸਾਰਾ ਕੁਝ ਸਾਰਾ ਦਿਨ ਕਰਨ ਤੋਂ ਬਾਅਦ ਸ਼ਾਮ ਨੂੰ ਜਦੋਂ ਉਹ ਸ਼ਬਦ ਦੁਆਰਾ ਫਿਰ ਇਸ ਸਾਰੇ ਸਰੀਰ ਦੇ ਦੇਸ਼ ਨੂੰ, ਅੱਖਾਂ ਨੂੰ, ਜ਼ੁਬਾਨ ਨੂੰ, ਵੇਖਣ ਸੁਣਨ ਸਮਝਣ ਦੀ ਸਾਰੇ ਦੇਸ਼ ਨੂੰ ਫਿਰ ਸ਼ਾਮ ਨੂੰ ਇੱਥੇ ਬੰਦ ਕਰਕੇ ਤੇ ਸ਼ਾਮ ਦੇ ਵਕਤ ਉਹ ਇਸ ਸਾਰੇ ਸਰੀਰ ਦੇ ਦੇਸ਼ ਤੋਂ ਪਾਰ ਚਲਾ ਜਾਂਦਾ, ਜਿਹਨੂੰ ਬਾਣੀ ਦਾ ਦੇਸ਼, ਸ਼ਬਦ ਦਾ ਦੇਸ਼ ਕਹਿੰਦੇ ਨੇ, ਉਹਦੇ ਵਿੱਚ ਚਲਾ ਜਾਂਦਾ। ਉਹਨੂੰ ਕਹਿੰਦੇ ਨੇ ਗੁਰਮੁਖ ਆਵੈ। ਗੁਰਮੁਖ ਆਉਂਦਾ ਹੈ ਇਸ ਦੇਸ਼ ਵਿੱਚ, ਸਰੀਰ ਵਿੱਚ ਕੰਮ ਕਰਦਾ, ਸੰਸਾਰ ਵਿੱਚ ਵਿਚਰਦਾ, ਜਾਏ ਫਿਰ ਇੱਥੋਂ ਜਾਣ ਦੀ ਸ਼ਕਤੀ ਵੀ ਉਹਦੇ ਵਿੱਚ ਹੈ। ਪਰ ਅਸੀਂ ਆਏ ਤੇ ਸਹੀ, ਸਾਨੂੰ ਆਉਣ ਦਾ ਤੇ ਪਤਾ ਹੈ, ਪਰ ਵਾਪਸ ਮੁੜਨਾ ਭੁੱਲ ਗਏ। ਵਾਪਸੀ ਨਹੀਂ ਹੈ ਸਾਡੇ ਕੋਲ। ਘਰੋਂ ਤਾਂ ਨਿਕਲ ਆਏ, ਜਨਮ ਤਾਂ ਹੋ ਗਿਆ, ਘਰ ਤੇ ਛੱਡ ਦਿੱਤਾ, ਨਾਮ ਦਾ ਘਰ ਤੇ ਤਿਆਗ ਦਿੱਤਾ, ਤੇ ਜਿਉਂ ਬੇਘਰ ਹੋਏ ਘਰ ਭੁੱਲ ਹੀ ਗਿਆ। ਅਜੇ ਤੱਕ ਬੇਘਰ ਹੀ ਤੁਰੇ ਫਿਰਨੇ ਆ, ਅਜੇ ਤੱਕ ਸਾਡਾ ਕੋਈ ਘਰ ਨਹੀਂ ਹੈ। ਸਤਿਗੁਰੂ ਨੇ ਕਿਹਾ ਸੀ ਇੱਕ ਵਿਅਕਤੀ ਨੂੰ, ਕਲਗੀਧਰ ਪਾਤਸ਼ਾਹ ਨੇ, ਜਿਹਦਾ ਮਹਿਲ ਬਹੁਤ ਵੱਡਾ ਸੀ, ਉਹਨੇ ਦਿਖਾਇਆ ਬੜੀ ਖੁਸ਼ੀ ਨਾਲ ਉਹਨੇ ਦਿਖਾਇਆ ਥੋੜ੍ਹਾ ਜਿਹਾ, ਤਾਂ ਸਾਰਾ ਬਹੁਤ ਉਸ ਅਮੀਰ ਆਦਮੀ ਦਾ ਦੇਸ਼ ਜਦੋਂ ਸਤਿਗੁਰਾਂ ਨੇ ਦੇਖ ਲਿਆ, ਉਹਨੇ ਫਿਰ ਪੁੱਛਿਆ ਹਜ਼ੂਰ ਤੋਂ ਕਿ ਸਤਿਗੁਰੂ, ਮੇਰਾ ਘਰ, ਮੇਰੇ ਕਮਰੇ, ਮੇਰਾ ਬੈੱਡਰੂਮ ਕਿੰਨਾ ਕੁ ਸੋਹਣਾ ਲੱਗਾ। ਹਜ਼ੂਰ ਨੇ ਪੁੱਛਿਆ, ਕਿਉਂਕਿ ਕਈ ਕਮਰੇ ਸਨ, ਇੱਥੇ ਬੈੱਡਰੂਮ ਹੈ, ਆਰਾਮ ਕਰਨ ਵਾਸਤੇ ਹੈ, ਇੱਥੇ ਇਹ ਕਮਰਾ ਜਿਹੜਾ ਹੈ ਇਹ ਗੈਸਟ ਰੂਮ ਹੈ, ਪ੍ਰਾਹੁਣਿਆਂ ਵਾਸਤੇ ਹੈ, ਇਹ ਸਟੋਰ ਹੈ, ਇਹ ਜਿਹੜਾ ਗਰਾਊਂਡ ਹੈ ਬੱਚਿਆਂ ਦੇ ਖੇਡਣ ਵਾਸਤੇ ਹੈ, ਇਹ ਤਲਾਬ ਜਿਹੜਾ ਨਹਾਉਣ ਵਾਸਤੇ ਹੈ, ਸਵੀਮਿੰਗ ਪੂਲ ਹੈ, ਇਹ ਕਮਰਾ ਜਿਹੜਾ ਹੈ ਝੂਠ ਬੋਲਣ ਵਾਲਾ ਹੈ, ਇਹ ਕਮਰਾ ਸੱਚ ਬੋਲਣ ਵਾਲਾ ਹੈ, ਸਾਰੇ ਰੱਖੇ ਹੋਏ ਨੇ। ਹਜ਼ੂਰ ਨੇ ਕਿਹਾ ਇਹ ਮਕਾਨ ਤੇਰੇ ਉਨਾ ਚਿਰ ਕੰਮ ਆਏਗਾ ਜਿੰਨਾ ਚਿਰ ਤੇਰਾ ਸਰੀਰ ਜਿਉਂਦਾ ਹੈ। ਜਿੱਦਣ ਤੇਰਾ ਸਰੀਰ ਤੇਰੇ ਆਪਣੇ ਆਪ ਤੋਂ ਵੱਖਰਾ ਹੋ ਗਿਆ, ਮੌਤ ਹੋ ਗਈ, ਉਦਣ ਤੈਨੂੰ ਇੱਥੇ ਕਿਸੇ ਨੇ 8 ਪੈਰ ਤੋਂ ਵੱਧ ਇਸ ਮਕਾਨ ਵਿੱਚ ਰਹਿਣ ਨਹੀਂ ਦੇਣਾ, ਭਾਵੇਂ ਕਿੰਨੇ ਤੇਰੇ ਨਜ਼ਦੀਕੀ ਨੇ, ਭਾਵੇਂ ਕਿੰਨੇ ਤੇਰੇ ਔਲਾਦ ਦੇ ਲੋਕ ਨੇ, ਭਰਾ ਨੇ, ਸਭ ਨੇ, ਮਾਤਾ ਪਿਤਾ, ਪੁੱਤਰ ਨੇ, ਧੀਆਂ ਨੇ, ਸਭ ਕੁਝ ਹੈ। ਠੀਕ ਹੈ, ਉਹਨਾਂ ਦਾ ਤੇਰੇ ਨਾਲ ਸਨੇਹ ਹੈ, ਪਰ ਉਹਨਾਂ ਨੇ ਤੈਨੂੰ ਇੱਥੇ ਬਹੁਤਾ ਲੰਮਾ ਸਮਾਂ ਰਹਿਣ ਨਹੀਂ ਦੇਣਾ, ਬਾਹਰ ਕੱਢ ਦੇਣਗੇ। ਆਦ ਘਰੀ ਨ ਰਾਖੈ ਕੋਊ, ਘਰ ਤੇ ਦੇਤ ਨਿਕਾਰ, ਕੱਢ ਦਿੰਦੇ ਨੇ। ਤਾਂ ਫਿਰ ਤੂੰ ਉਹ ਵੀ ਕੋਈ ਘਰ ਬਣਾਇਆ ਹੈ ਜਿੱਥੇ ਸਰੀਰ ਦੇ ਜਾਣ ਤੋਂ ਬਾਅਦ ਤੂੰ ਰਹਿ ਸਕੇਗਾ।
ਕਹਿਣ ਲੱਗਾ ਹਜ਼ੂਰ ਉਹ ਤਾਂ ਨਹੀਂ। ਕਹਿੰਦੇ ਫਿਰ ਤੂੰ ਬੇਕਾਰ ਹੈ। ਮੈਂ ਬੇਨਤੀ ਕਰ ਰਿਹਾ ਸਾਂ, ਸਾਨੂੰ ਇਸ ਦੁਨੀਆ ਵਿੱਚ ਆਉਣ ਦੀ ਇਜਾਜ਼ਤ ਆ ਗਈ। ਜਨਮ ਤਾਂ ਲੈ ਲਿਆ, ਔਰ ਇਹਦੀ ਇੱਥੇ ਵਿਦਿਆ ਵੀ ਹੈ। ਬੰਦੇ ਨੇ ਸੰਸਾਰ ਦਾ ਕੰਮ ਕਿਵੇਂ ਕਰਨਾ ਹੈ, ਧਨ ਕਿਵੇਂ ਕਮਾਉਣਾ, ਸਰੀਰ ਦੀ ਪਾਲਣਾ ਕਿਵੇਂ ਕਰਨੀ, ਕੱਪੜਾ ਕਿਵੇਂ ਬਣਾਉਣਾ ਹੈ, ਰੋਟੀ ਕਿਵੇਂ ਬਣਾਉਣੀ ਹੈ, ਫਸਲ ਕਿਵੇਂ ਉਗਾਉਣੀ ਹੈ, ਵਪਾਰ ਕਿਵੇਂ ਕਰਨਾ ਹੈ। ਇੱਥੇ ਸਾਰੀਆਂ ਚੀਜ਼ਾਂ ਦੇ ਸਿਖਲਾਈ ਕੈਂਪ ਹਨ, ਸਿਖਾਇਆ ਜਾਂਦਾ ਇੱਥੇ। ਪਰ ਮੈਂ ਬੇਨਤੀ ਕਰਾਂ, ਇੱਥੇ ਬਹੁਤੇ ਧਾਰਮਿਕ ਥਾਵਾਂ 'ਤੇ ਵੀ ਨਹੀਂ ਸਿਖਾਇਆ ਜਾਂਦਾ ਵੀ ਬੰਦੇ ਨੇ ਸ਼ਬਦ ਨਾਲ ਕਿਵੇਂ ਜੁੜਨਾ ਹੈ। ਬਹੁਤੇ ਧਾਰਮਿਕ ਥਾਂ 70% ਇਸ ਤਰ੍ਹਾਂ ਦੇ ਨੇ, ਬਸ ਭੀੜ ਹੀ ਹੈ, ਬਸ ਭੇਡ ਦੇ ਪਿੱਛੇ ਭੇਡ ਹੀ ਤੁਰਦੀ ਹੈ। ਉੱਥੇ ਗੱਲ ਕੋਈ ਗੁਰੂ ਨਾਨਕ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੀ ਗੱਲ ਹੁੰਦੀ ਹੋਵੇ, ਜਿਹੜਾ ਉਹਨਾਂ ਦਾ ਨਿਸ਼ਾਨਾ ਸੀ ਸ਼ਬਦ ਨਾਲ ਜੁੜਨਾ, ਕਿਤੇ ਹੁੰਦੀ ਹੋਵੇ ਬੜਾ ਹੀ ਘੱਟ ਹੈ। ਨਹੀਂ ਤੇ ਜਿਹੜੇ ਵਿਵਾਦ ਘਰਾਂ ਵਿੱਚ ਨੇ ਉਹ ਧਾਰਮਿਕ ਥਾਵਾਂ 'ਤੇ ਨੇ, ਉਸ ਤੋਂ ਵੀ ਕਿਤੇ ਵੱਧ ਨੇ। ਜਿਹੜੀਆਂ ਗੱਲਾਂ ਪਰਿਵਾਰਾਂ ਵਿੱਚ ਨੇ ਉਹ ਹੀ ਆਸ਼ਰਮਾਂ ਵਿੱਚ, ਉਹ ਹੀ ਸੁਸਾਇਟੀਆਂ ਵਿੱਚ, ਉਹ ਹੀ ਕਮੇਟੀਆਂ ਵਿੱਚ, ਸਭ ਕੁਝ ਜਿਹੜੇ ਕੰਮ ਵਾਸਤੇ ਧਾਰਮਿਕ ਥਾਂ ਬਣੇ ਸਨ, ਜੇ ਉਹ ਕੰਮ ਉੱਥੇ ਨਾ ਹੋਇਆ, ਉਹ ਕੰਮ ਸੀ ਸ਼ਬਦ ਨਾਲ ਸਾਂਝ ਕਿਵੇਂ ਪਾਉਣੀ ਹੈ। ਜੇ ਉੱਥੇ ਉਹ ਕੰਮ ਨਹੀਂ ਤੇ ਉਹ ਧਾਰਮਿਕ ਥਾਂ ਸੰਸਾਰ ਦੇ ਘਰਾਂ ਤੋਂ ਵੀ ਜ਼ਿਆਦਾ ਭ੍ਰਿਸ਼ਟ ਹੋ ਜਾਂਦੇ ਨੇ, ਕਿਉਂਕਿ ਉੱਥੇ ਜ਼ਰੂਰੀ ਕੰਮ ਨਹੀਂ ਹੋਇਆ, ਹੋਰ ਤਾਂ ਚੱਲਦੇ ਰਹੇ। ਤਾਂ ਸਤਿਗੁਰਾਂ ਨੇ ਇਹਨੂੰ ਕਿਹਾ ਕਿ ਗੁਰਮੁਖ ਆਵੈ ਜਾਏ ਨਿਸੰਗ। ਇਹ ਮੁਹਾਰਤ ਵਾਪਸ ਮੁੜਨ ਦੀ ਭੁੱਲ ਗਈ। ਜਨਮ ਲਿਆ, ਬਾਹਰਮੁਖੀ ਹੋ ਗਿਆ, ਸੰਸਾਰ ਨਾਲ ਜੁੜ ਗਿਆ। ਪਰ ਇੱਥੇ ਇੱਕ ਜਾਚ ਸਿੱਖਣੀ ਸੀ ਕਿ ਜਨਮ ਲੈਂਦਿਆਂ ਸਾਰ ਜਿਹੜਾ ਧਿਆਨ ਬਾਹਰ ਟੁੱਟਾ, ਜਿਹਨੂੰ ਗੁਰੂ ਅਮਰਦਾਸ ਜੀ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਸ ਪੌੜੀ ਦੇ ਵਿੱਚ ਬੜੇ ਦ੍ਰਿਸ਼ਟਾਂਤ ਦਿੱਤੇ ਗਏ ਨੇ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ, ਲਿਵ ਟੁੱਟ ਗਈ। ਜਨਮ ਤੋਂ ਪਹਿਲਾਂ ਮਾਂ ਦੇ ਸਰੀਰ ਵਿੱਚ ਲਿਵ ਲੱਗੀ ਹੋਈ ਸੀ ਆਦਮੀ ਦੀ। ਤਾਂ ਜਦੋਂ ਉਹਨੇ ਜਨਮ ਲਿਆ ਤੇ ਲਿਵ ਤੋੜਨੀ ਪੈਣੀ ਸੀ, ਬਾਹਰਮੁਖੀ ਕਰਨਾ ਸੀ। ਅੱਖਾਂ ਖੋਲ੍ਹਦਾ, ਕੋਈ ਆਵਾਜ਼ ਕੱਢਦਾ, ਵਹਿੰਦਾ ਤੇ ਵਿਚਰਦਾ। ਹੁਣ ਇਹ ਜਿਹੜੀ ਥਾਂ ਹੈ ਜਿੱਥੇ ਤੁਸੀਂ ਬੈਠੇ ਹੋ, ਇੱਥੇ ਸਿਰਫ ਇਹ ਸਿਖਾਇਆ ਜਾਣਾ ਵੀ ਜਿਹੜੀ ਅਵਸਥਾ ਮਾਂ ਦੇ ਗਰਭ ਵਿੱਚ, ਮਾਂ ਦੇ ਸਰੀਰ ਵਿੱਚ ਨਾਮ ਨਾਲ ਬੰਦੇ ਦੀ ਸੁਰਤ ਜੁੜੀ ਹੋਈ ਸੀ, ਉਹਨੂੰ ਵਾਪਸ ਜਾਚ ਕਿਵੇਂ ਆਵੇ ਉਸ ਤਰ੍ਹਾਂ ਜੁੜਨ ਦੀ। 24 ਘੰਟਿਆਂ ਵਿੱਚ ਇੱਕ ਵਾਰੀ ਜੁੜਨਾ ਚਾਹੀਦਾ, ਨਹੀਂ ਤੇ ਪਾਗਲ ਹੋ ਜਾਏਗਾ ਆਦਮੀ। ਉਹ ਜੁੜਨ ਦੀ ਜਾਚ ਸਿੱਖਣੀ ਹੀ ਸੁਰਤ ਗਿਆਨ ਹੈ। ਤਾਂ ਹੀ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਜੇ ਇਹਨੂੰ ਵਾਪਸ ਜੁੜਨ ਦੀ ਜਾਚ ਨਾ ਆਈ ਤੇ ਪਾਗਲ ਹੈ, ਕਮਲਾ ਹੈ, ਭਾਵੇਂ ਕੋਈ ਧਾਰਮਿਕ ਵੀ ਕਹਿੰਦਾ ਹੋਵੇ ਆਪਣੇ ਆਪ। ਇਹ ਨਾ ਸਮਝਣਾ ਬਈ ਕੋਈ 4 ਕੱਪੜੇ ਪਾ ਲਏ, 4 ਬੰਦਿਆਂ ਨੇ ਕਹਿ ਦਿੱਤਾ ਬਹੁਤ ਵੱਡਾ ਇਹ ਧਾਰਮਿਕ ਵਿਅਕਤੀ ਹੈ। ਉਹਨਾਂ ਚਿਰ ਉਹ ਧਾਰਮਿਕ ਨਹੀਂ ਜਿੰਨਾ ਚਿਰ ਉਹਨੂੰ ਸ਼ਬਦ ਨਾਲ ਸਾਂਝ ਪਾਉਣ ਦੀ ਜੁਗਤ ਗੁਰੂ ਨੇ ਬਖਸ਼ਿਸ਼ ਨਹੀਂ ਕੀਤੀ, ਜਾਂ ਉਹਨੇ ਆਪ ਯਤਨ ਨਹੀਂ ਕੀਤਾ। ਸਤਿਗੁਰਾਂ ਨੇ ਅੱਜ ਬਚਨ ਕੀਤੇ, ਕਹਿੰਦੇ ਨਮਸਤਵੰ ਅਕਾਲੇ। ਕਲਗੀਧਰ ਪਾਤਸ਼ਾਹ ਕਹਿੰਦੇ ਤੈਨੂੰ ਨਮਸਕਾਰ ਹੈ, ਇਹਦੇ ਪੈਰ ਵਿੱਚ ਤੱਤਾ ਹੈ। ਆਪ ਜੀ ਬਾਣੀ ਪੜ੍ਹਦੇ ਥੋੜ੍ਹਾ ਜਿਹਾ ਅਖਰੀ ਗੱਲ ਵੀ ਕਹਿ ਦਿੰਦੇ। ਜਾਪ ਸਾਹਿਬ ਦੀ ਬਹੁਤੀ ਬਾਣੀ ਦੇ ਅੰਦਰ ਜਾਂ ਕਿਤੇ ਕਿਤੇ ਤਾਂ ਸਿੱਧੇ ਨਮਸਤੰ ਹੈ। ਤੱਤੇ ਦੇ ਉੱਤੇ ਜੋ ਬਿੰਦੀ ਹੈ ਉਹਨੂੰ ਨਮਸਤਵੰਗ ਪੜ੍ਹਨਾ ਹੈ। ਜਿਹੜਾ ਬਿੰਦੀ ਹੈ ਉਹ ਵਾਵੇ ਨਾਲ ਲਾਉਣੀ, ਭਾਵੇਂ ਉਹ ਵਾਵਾ ਪੈਰ ਵਿੱਚ ਹੈ। ਨਮਸਤਵੰਗ ਵਾਵੇ ਨਾਲ ਬਿੰਦੀ ਲਾ ਕੇ ਬੋਲਣਾ, ਇਸ ਤਰ੍ਹਾਂ ਇਹਦਾ ਉਚਾਰਨ ਹੈ। ਤਾਂ ਜਿਹੜੇ ਲੋਕ ਅਕਾਲ ਨਾਲ ਜੁੜ ਗਏ, ਉੱਥੇ ਗੁਰੂ ਸਾਹਿਬ ਕਹਿੰਦੇ ਕੋਈ ਦਿਨ ਰਾਤ ਨਹੀਂ, ਉੱਥੇ ਕੋਈ ਘੜੀ ਨਹੀਂ ਚੱਲਦੀ, ਉੱਥੇ ਕੋਈ ਟਾਈਮ ਨਹੀਂ। ਤਾਂ ਜਿੱਥੇ ਟਾਈਮ ਨਹੀਂ ਉੱਥੇ ਕੋਈ ਮੌਤ ਨਹੀਂ ਹੈ। ਉਹ ਅਕਾਲ ਦਾ ਦੇਸ਼ ਹੈ।
ਇੱਥੇ ਕਾਲ ਦਾ ਦੇਸ਼ ਹੈ। ਇੱਥੇ ਹਰ ਰੋਜ਼ ਡੇਟ ਅੱਗੇ ਸਰਕ ਜਾਂਦੀ ਹੈ। ਇੱਥੇ ਹਰ ਰੋਜ਼ ਘੜੀ ਦੀ ਸੂਈ ਅੱਗੇ ਤੁਰੀ ਜਾ ਰਹੀ ਹੈ ਤੇ ਮਨੁੱਖ ਦੇ ਜੀਵਨ ਨੂੰ ਛੋਟਾ ਕਰੀ ਜਾ ਰਹੀ ਹੈ। ਇੱਥੇ ਹਰ ਰੋਜ਼ ਸੰਨ ਬਦਲਦੇ, ਤਾਰੀਖਾਂ ਬਦਲਦੀਆਂ, ਮਹੀਨੇ ਲੰਘ ਜਾਂਦੇ, ਸੰਗਰਾਂਦਾਂ ਨਿਕਲ ਜਾਂਦੀਆਂ, ਤਾਂ ਆਦਮੀ ਨੂੰ ਖਾਈ ਜਾ ਰਿਹਾ ਇੱਥੇ ਕਾਲ। ਇਹਦੇ ਸਰੀਰ ਨੂੰ ਨਸ਼ਟ ਕਰੀ ਜਾ ਰਿਹਾ, ਅੰਦਰੋਂ ਮਾਰੀ ਜਾ ਰਿਹਾ। ਮੌਤ ਇੱਕ ਦਿਨ ਨਹੀਂ ਆਉਂਦੀ। ਜਿੱਦਣ ਮਨੁੱਖ ਜਨਮ ਲੈਂਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿਗਿਆਨ ਅਨੁਸਾਰ ਬੰਦੇ ਦੀ ਥੋੜ੍ਹੀ ਥੋੜ੍ਹੀ ਛੋਟੀ ਛੋਟੀ ਮੌਤ ਇੱਕੋ ਦਿਨ ਥੋੜ੍ਹੀ ਥੋੜ੍ਹੀ ਸ਼ੁਰੂ ਹੋ ਜਾਂਦੀ ਹੈ ਤੇ ਅਖੀਰਲੇ ਦਿਨ ਅਖੀਰਲੀ ਬੂੰਦ ਡਿੱਗਦੀ ਹੈ, ਜਿਹਨੂੰ ਮੌਤ ਕਹਿੰਦੇ ਨੇ। ਜਿਵੇਂ ਕਿਸੇ ਘੜੇ ਵਿੱਚ ਪਾਣੀ ਭਰਿਆ ਤਾਂ ਇੱਕ ਇੱਕ ਬੂੰਦ ਕਰਕੇ ਡਿੱਗਦਾ। ਆਪਾਂ ਕਹਿੰਦੇ ਹਾਂ ਵੀ ਪਾਣੀ ਚੋਰਿਆ, ਜੇ ਘੜਾ ਖਾਲੀ ਨਹੀਂ ਹੋਇਆ, ਪਰ ਸੱਚ ਇਹ ਹੈ ਵੀ ਇੱਕ ਇੱਕ ਬੂੰਦ ਉਹਨੂੰ ਖਾਲੀ ਕਰੀ ਜਾ ਰਹੀ ਹੈ। ਪਰ ਖਾਲੀ ਉਹਨੂੰ ਉਸ ਦਿਨ ਕਵਾਂਗੇ ਜਿੱਦਣ ਅਖੀਰਲੀ ਬੂੰਦ ਉਹਦੇ ਵਿੱਚੋਂ ਡਿੱਗ ਪਈ, ਕਵਾਂਗੇ ਘੜਾ ਖਾਲੀ ਹੋ ਗਿਆ। ਸਰੀਰ ਦਾ ਸਿਸਟਮ ਜਿਹੜਾ ਹੈ ਸੰਸਾਰ ਦਾ ਇਸ ਤਰ੍ਹਾਂ ਦਾ ਹੈ, ਜਦੋਂ ਦਾ ਉਹਨੇ ਇਹ ਸਰੀਰ ਬਣਾਇਆ ਹੈ, ਵਿੱਚੋਂ ਇੱਕ ਇੱਕ ਸਵਾਸ ਕਰਕੇ ਬਾਹਰ ਡੁੱਲੀ ਜਾ ਰਿਹਾ ਹੈ ਇਸ ਘੜੇ ਵਿੱਚੋਂ, ਤਾਂ ਕਿੰਨਾ ਤੇ ਖਾਲੀ ਹੋ ਗਿਆ। ਮੰਨ ਲਓ ਜੇ 40 ਸਾਲ ਦੀ ਉਮਰ ਹੋ ਗਈ ਤੇ ਜੇ 80 ਵੀ ਹੋਵੇਗੀ, ਇੱਕ ਮੋਟੇ ਜਿਹੇ ਅੰਦਾਜ਼ੇ ਦੇ ਨਾਲ ਜੇ 80 ਸਾਲ ਵੀ ਉਮਰ ਹੋਵੇਗੀ ਸਾਡੀ, ਤਾਂ ਅੱਧਾ ਘੜਾ ਤਾਂ ਖਾਲੀ ਹੋ ਚੁੱਕਾ, ਯਾਨੀ ਕਿ ਅਸੀਂ 50% ਮਰ ਚੁੱਕੇ ਹਾਂ। ਮੌਤ ਹੋ ਚੁੱਕੀ ਹੈ 50% ਜ਼ਿੰਦਗੀ ਦੀ। 50% ਅੱਧਾ ਸਰੀਰ ਮਰ ਚੁੱਕਾ ਹੈ। ਜਿਨ੍ਹਾਂ ਨੇ ਧਿਆਨ ਕੀਤਾ ਉਹਨਾਂ ਨੂੰ ਰੱਬ ਦੀ ਯਾਦ ਆਈ ਹੈ, ਪਰ ਇਹਨਾਂ ਕਦੀ ਚੇਤਿਆ ਨਹੀਂ। ਅਖੀਰਲਾ ਜਿੱਦਣ ਸਵਾਸ ਨਿਕਲਦਾ ਉਦਣ ਕਹਿੰਦੇ ਮੌਤ ਹੋ ਗਈ। ਉਦਣ ਕਿੱਥੇ ਆਈ ਹੈ ਮੌਤ? ਤੇ ਸ਼ੁਰੂ ਤੋਂ ਹੀ ਆ ਰਹੀ, ਅੱਧੀ ਤਾਂ ਹੋ ਵੀ ਗਈ। ਤਾਂ ਜਿਹਦੀ 30 ਸਾਲ ਦੀ ਉਮਰ ਹੈ, ਉਹਦੀ ਤੀਜਾ ਹਿੱਸਾ ਉਹਦੀ ਮੌਤ ਹੋ ਚੁੱਕੀ ਹੈ, ਲੰਘ ਚੁੱਕਾ ਹੈ। ਜਿਹਦੀ 20 ਸਾਲ ਦੀ, ਉਹਦੀ ਚੌਥਾ ਹਿੱਸਾ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਦਾ ਸਤਿਗੁਰੂ ਨੇ ਇੱਥੇ ਵਿਗਿਆਨ ਸਮਝਾਇਆ। ਪਰ ਜਿਨ੍ਹਾਂ ਨੇ ਇਸ ਕਾਲ ਦੇ ਦੇਸ਼ ਤੋਂ, ਕਾਲ ਦੀ ਦੁਨੀਆ, ਸਰੀਰ ਤੋਂ ਅੱਗੇ ਸੰਪਰਕ ਕੀਤਾ ਹੈ, ਗੁਰੂ ਨਾਲ ਸਾਂਝ ਪਾਈ ਹੈ, ਬਾਣੀ ਨਾਲ ਜੁੜੇ ਨੇ, ਨਾਮ ਨਾਲ ਸੁਰਤ ਜੋੜੀ ਹੈ, ਉਹਨਾਂ ਨੇ ਇੱਕ ਐਸੀ ਅਵਸਥਾ ਰੱਬ ਦੇ ਘਰ ਵਿੱਚ ਵੇਖੀ। ਕਹਿੰਦੇ ਨਮਸਤਵੰ ਅਕਾਲੇ, ਕਲਗੀਧਰ ਪਾਤਸ਼ਾਹ ਕਹਿੰਦੇ ਤੈਨੂੰ ਨਮਸਕਾਰ ਹੈ ਕਿ ਤੇਰੇ ਤੇ ਕਾਲ ਦਾ ਕੋਈ ਅਸਰ ਨਹੀਂ ਹੁੰਦਾ। ਤੂੰ ਨਾ ਬੱਚਾ ਹੈ, ਨਾ ਬਜ਼ੁਰਗ ਹੈ, ਨਾ ਬੁੱਢਾ ਹੈ, ਨਾ ਤੇਰੀ ਮੌਤ ਹੈ, ਨਾ ਤੇਰਾ ਜਨਮ ਹੈ। ਫਿਰ ਅੱਗੇ ਇੱਕ ਹੋਰ ਬਚਨ ਕੀਤਾ, ਕਹਿੰਦੇ ਨਮਸਤਵੰ ਅਪਾਲੇ। ਅਪਾਲੇ ਦਾ ਮਤਲਬ ਹੈ, ਪਾਲਣ ਦਾ ਮਤਲਬ ਹੈ ਕਿਸੇ ਦੀ ਪਾਲਣਾ ਕਰਨੀ। ਜਿਵੇਂ ਮਾਂ ਬੱਚੇ ਨੂੰ ਪਾਲਦੀ ਹੈ, ਸਤਿਗੁਰੂ ਕਹਿੰਦੇ ਤੈਨੂੰ ਨਮਸਕਾਰ ਹੈ। ਜਦੋਂ ਮੈਂ ਤੇਰੇ ਵੱਲ ਦੇਖਣਾ, ਤੈਨੂੰ ਪਾਲਣ ਵਾਲਾ ਕੋਈ ਨਹੀਂ ਹੈ, ਤੇਰੀ ਪਾਲਣਾ ਕੋਈ ਨਹੀਂ ਕਰ ਰਿਹਾ, ਤੂੰ ਆਪਣੇ ਆਪ ਹੀ ਬਣਿਆ ਹੋਇਆ। ਕਿਉਂਕਿ ਨਾ ਤੈਨੂੰ ਭੁੱਖ ਲੱਗਦੀ, ਨਾ ਤੈਨੂੰ ਕੋਈ ਰੋਗ ਲੱਗਦਾ ਹੈ, ਨਾ ਤੈਨੂੰ ਨੀਂਦ ਆਉਂਦੀ ਹੈ, ਨਾ ਤੈਨੂੰ ਮਕਾਨ ਦੀ ਲੋੜ ਹੈ, ਨਾ ਤੈਨੂੰ ਵਸਤਰ ਦੀ ਜ਼ਰੂਰਤ ਹੈ। ਇਹਨਾਂ ਸਾਰੀਆਂ ਚੀਜ਼ਾਂ ਤੋਂ ਤੂੰ ਉੱਚਾ ਹੈ, ਇਸ ਕਰਕੇ ਤੈਨੂੰ ਕੋਈ ਪਾਲਣ ਵਾਲਾ ਨਹੀਂ, ਤੂੰ ਆਪਣੇ ਆਪ ਹੀ ਇਸ ਪਾਲਣ ਦੀ ਦੁਨੀਆ ਤੋਂ ਉੱਚਾ ਹੈ। ਤੈਨੂੰ ਨਮਸਕਾਰ ਹੈ। ਸਾਹਿਬ ਕਹਿੰਦੇ ਨਮੋ ਸਰਬ ਦੇਸ਼ੇ, ਸਾਰਿਆਂ ਦੇਸ਼ਾਂ ਵਿੱਚ ਤੇਰਾ ਨਿਵਾਸ, ਸਾਰਿਆਂ ਦੇਸ਼ਾਂ ਵਿੱਚ ਤੂੰ ਰਹਿੰਦਾ। ਜਿੱਥੇ ਜਾਓ ਇੱਕੋ ਇੱਕ ਇਹ ਐਸੀ ਸ਼ਕਤੀ ਹੈ ਸੰਸਾਰ ਦੀ ਕਿ ਇੱਕ ਆਦਮੀ ਇੱਕ ਥਾਂ ਤੇ ਇੱਕੋ ਵਕਤ ਰਹਿੰਦਾ, ਦੂਜੇ ਥਾਂ ਤੇ ਨਹੀਂ ਜਾ ਸਕਦਾ। ਪਰ ਹਜ਼ੂਰ ਕਹਿੰਦੇ ਨਮੋ ਸਰਬ ਦੇਸ਼ੇ, ਜਿਹੜੇ ਦੇਸ਼ ਵਿੱਚ ਮੈਂ ਜਾਵਾਂ ਤੂੰ ਸਦਾ ਹੀ ਮੇਰੇ ਨਾਲ ਰਹਿਣਾ, ਸਦਾ ਹੀ ਮੇਰੇ ਕੋਲ ਹੈ, ਸਦਾ ਹੀ ਮੇਰੇ ਨੇੜੇ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜਿਸ ਵੇਲੇ ਮਾਲਵੇ ਵਿੱਚ ਸਨ, ਇੱਕ ਬੜਾ ਗਹਿਰਾ ਫਕੀਰ ਉਹਨਾਂ ਨਾਲ ਰਿਹਾ ਕਰਦਾ ਸੀ। ਬੜੇ ਫਕੀਰ ਨੇ ਜਿਹੜੇ ਸ਼ੁਰੂ ਤੋਂ ਲੈ ਕੇ ਗੁਰੂਆਂ ਦੇ ਨਾਲ, ਦੂਜੇ ਧਰਮਾਂ ਦੇ, ਕੋਈ ਮੋਨੀ ਹੁੰਦੇ ਸਨ, ਕੋਈ ਸੰਨਿਆਸੀ ਸਨ, ਕੋਈ ਆਪੋ ਆਪਣੇ ਤਰੀਕੇ ਨਾਲ ਬੜੇ ਆਉਂਦੇ ਸਨ।
ਇੱਕ ਬੜਾ ਅਜੀਬ ਤਰ੍ਹਾਂ ਦਾ ਫਕੀਰ ਸੀ, ਜਿਹੜਾ ਕਦੀ ਕਦੀ ਕੁਝ ਗਾਉਂਦਾ ਵੀ ਸੀ। ਸਤਿਗੁਰਾਂ ਦੇ ਕੋਲ ਇਹਨਾਂ ਦਿਨਾਂ ਵਿੱਚ ਰਿਹਾ ਹੈ। ਜਦੋਂ ਉੱਚ ਦੇ ਪੀਰ ਬਣ ਕੇ ਨਿਕਲੇ, ਗੁਰੂ ਤੇਗ ਬਹਾਦਰ ਸਾਹਿਬ ਨਾਲ ਕਾਫੀ ਮਜ਼ਹਬਾਂ ਦੇ ਫਕੀਰ ਰਹਿੰਦੇ ਰਹੇ ਨੇ, ਆਪਣੀ ਆਤਮਿਕ ਉੱਨਤੀ ਵਾਸਤੇ ਲਾਭ ਲੈਣ ਲਈ। ਗੁਰੂ ਦੇ ਕੋਲ ਰਹਿਣਾ ਜਿਹੜਾ 1000 ਸਾਲ ਦੇ ਤਪ ਨਾਲ ਨਹੀਂ ਹੁੰਦਾ, ਗੁਰੂ ਦੇ ਕੋਲ ਰਹਿਣ ਨਾਲ ਹੀ ਹੁੰਦਾ ਹੈ। ਪਰ ਜੇ ਅਸੀਂ ਕਰਨਾ ਹੋਵੇ ਤੇ ਤਾਂ, ਜੇ ਸਾਡਾ ਵਿਸ਼ਾ ਹੀ ਨਹੀਂ ਫਿਰ ਕੀ ਹੋਏਗਾ? ਸਾਡਾ ਪ੍ਰਯੋਜਨ ਹੀ ਕੋਈ ਨਹੀਂ ਪ੍ਰਸ਼ਾਦੇ ਛਕਣ ਤੋਂ ਬਿਨਾਂ। ਜਾਂ ਅਸੀਂ ਸਰੀਰ ਦੀ ਪਾਲਣਾ ਕਰਨੀ ਹੈ ਤੇ ਸਾਡਾ ਵਿਸ਼ਾ ਹੀ ਇੱਥੋਂ ਤੱਕ ਕਿ ਕਥਾ ਸਿੱਖਣੀ ਤੇ ਕੀਰਤਨ ਸਿੱਖਣਾ ਹੈ, ਮਾਇਆ ਕਮਾਉਣੀ ਹੈ, ਫਿਰ ਤੇ ਕੁਝ ਨਹੀਂ ਹੋਏਗਾ। ਪਰ ਜਿਨ੍ਹਾਂ ਦਾ ਵਿਸ਼ਾ, ਜਿਹੜੇ ਜਾਗੇ ਹੋਏ ਲੋਕ ਨੇ, ਉਹ ਕੁਝ ਨਾ ਕੁਝ ਵਿਕਾਸ ਕਰਦੇ ਨੇ। ਉਹ ਕਲਾ ਦੇ ਨਾਲ ਨਾਲ, ਉਹ ਸੰਸਾਰ ਦੀ ਕਲਾ ਦੇ ਨਾਲ ਨਾਲ ਧਰਮ ਦੀ ਕਲਾ ਵੀ ਸਿੱਖਦੇ ਨੇ, ਵੀ ਧਰਮ ਕੀ ਹੈ, ਇਹਨੂੰ ਕਿਵੇਂ ਕਮਾਉਣਾ। ਬੜੇ ਫਕੀਰ ਰਹਿੰਦੇ ਰਹੇ ਨੇ ਗੁਰੂ ਸਾਹਿਬ ਦੇ ਨਾਲ, ਜਿਹੜੇ ਕਈ ਕਈ ਜਨਮਾਂ ਦੇ ਅਟਕੇ ਹੋਏ ਸਨ। ਉਹਨਾਂ ਨੇ ਕਿਸੇ ਗਲਤ ਚੀਜ਼ ਨੂੰ ਪ੍ਰਾਪਤੀ ਸਮਝ ਲਿਆ, ਗਲਤ ਚੀਜ਼ ਨੂੰ ਪ੍ਰਾਪਤੀ ਸਮਝ ਲਿਆ ਵੀ ਹੁਣ ਤਾਂ ਅਸੀਂ ਪਹੁੰਚੇ ਹੀ ਹੋਏ ਹਾਂ। ਬਹੁਤੇ ਤੇ ਇਸ ਤਰ੍ਹਾਂ ਦੇ ਨੇ ਸਾਡੇ ਵਿੱਚ ਵੀ, ਜਿਨ੍ਹਾਂ ਨੇ, ਤੁਸੀਂ ਵੇਖਿਆ ਹੋਏਗਾ, ਮੈਂ ਐਸੇ ਵਿਦਿਆਰਥੀ ਬਹੁਤ ਵੇਖੇ ਨੇ ਜਿਨ੍ਹਾਂ ਨੂੰ ਉਹਨਾਂ ਦਾ ਟੀਚਰ, ਅਧਿਆਪਕ ਕਹਿੰਦਾ ਸੀ ਵੀ ਜਾਓ ਇਸ ਪੇਪਰ ਦੇ ਉੱਤੇ, ਐਗਜ਼ਾਮ ਵਿੱਚ ਜਿਹੜਾ ਟੈਸਟ ਹੁੰਦਾ ਹੈ, ਤੁਸੀਂ ਇਹਦੇ ਵਿੱਚ ਹੋ ਗਏ ਫੇਲ, ਤੁਹਾਡੇ ਨੰਬਰ ਪੂਰੇ ਨਹੀਂ, ਜਾਓ ਆਪਣੇ ਪਿਤਾ ਦੇ ਦਾਦੇ ਦੇ ਸਾਈਨ ਕਰਾ ਕੇ ਲਿਆਓ, ਉਹਨੂੰ ਪਤਾ ਲੱਗੇ ਵੀ ਤੁਸੀਂ ਫੇਲ ਹੋ, ਤੁਹਾਡੇ ਨੰਬਰ ਘੱਟ ਨੇ। ਤੇ ਉਹਨਾਂ ਵਿੱਚ ਮੈਂ ਇਸ ਤਰ੍ਹਾਂ ਦੇ ਵੀ ਵੇਖੇ ਵੀ ਉਹ ਚਲੇ ਤਾਂ ਗਏ, ਉਹਨਾਂ ਨੇ ਆਪਣੇ ਪਿਤਾ ਤੋਂ ਦਾਦੇ ਤੋਂ ਸਾਈਨ ਨਹੀਂ ਕਰਵਾਏ, ਆਪ ਹੀ ਝਾੜੀ ਦੇ ਉਹਲੇ ਬੈਠ ਗਏ ਤੇ ਪਿਤਾ ਵਾਲੇ ਸਾਈਨ ਤੇ ਆਪ ਕਰਨੇ ਆਉਂਦੇ ਸਨ, ਜਿਵੇਂ ਉਹ ਆਪਣੇ ਸਾਈਨ ਕਰਦਾ। ਉਹਦੇ ਸਾਈਨ ਆਪ ਕਰ ਲਏ, ਪਿਤਾ ਦੇ ਸਾਈਨ ਚੁੱਕ ਕੇ ਆਪ ਕਰ ਦਿੱਤੇ ਤੇ ਥੱਲੇ ਲਿਖ ਦਿੱਤਾ ਵੈਰੀ ਗੁੱਡ, ਬਹੁਤ ਅੱਛਾ ਹੈ, ਆਪ ਹੀ ਸਾਈਨ ਕੀਤੇ ਨੇ। ਧਾਰਮਿਕ ਦੁਨੀਆ ਵਿੱਚ ਵੀ ਬਹੁਤੇ ਬੰਦੇ ਆਪਣੀ ਜ਼ਿੰਦਗੀ ਤੇ ਆਪ ਹੀ ਸਾਈਨ ਕਰੀ ਫਿਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਤੋਂ ਕਰਾਈ ਕੋਈ ਨਹੀਂ ਵੀ ਮੈਂ ਕਿੱਥੇ ਕਰਕੇ ਕਿੰਨਾ ਕੁ ਫੇਲ ਹਾਂ, ਕਿੰਨਾ ਕੁ ਗਲਤ ਹਾਂ, ਕਿੰਨਾ ਠੀਕ, ਆਪ ਹੀ ਮੋਹਰ ਰੱਖੀ ਹੋਈ ਹੈ, ਜੇਬ ਵਿੱਚ ਮੋਹਰ ਪਾਈ ਹੋਈ ਹੈ। ਕਿਸੇ ਨੇ ਗਿਆਨੀ ਦੀ ਮੋਹਰ ਲਾ ਲਈ, ਕਿਸੇ ਨੇ ਸੰਤ ਦੀ ਲਾ ਲਈ, ਕਿਸੇ ਨੇ ਕਿਸੇ ਚੀਜ਼ ਦੀ, ਸਭ ਮੋਹਰਾਂ ਆਪਣੀਆਂ ਨੇ। ਕਿਸੇ ਨੇ ਫਿਲਾਸਫਰ ਦੀ ਲਾ ਲਈ। ਅਸੀਂ ਆਪਣੀ ਕਾਮਯਾਬੀ ਦੀ ਮੋਹਰ ਆਪਣੇ ਕੋਲ ਹੀ ਰੱਖੀ ਹੈ। ਅਸੀਂ ਫੇਲ ਨੂੰ ਵੀ ਪਾਸ ਕਹਿ ਰਹੇ ਹਾਂ, ਅਜੇ ਪਹੁੰਚੇ ਕਿਤੇ ਵੀ ਨਹੀਂ। ਪਰ ਹੰਕਾਰ ਇੰਨਾ ਗਹਿਰਾ ਹੈ, ਉਹ ਮੰਨਣ ਲਈ ਤਿਆਰ ਹੀ ਨਹੀਂ। ਉਹ ਕਹਿੰਦਾ ਸਭ ਹੋ ਗਿਆ, ਲੋੜ ਹੀ ਨਹੀਂ ਕਿਸੇ ਚੀਜ਼ ਦੀ। 5 ਤਖਤਾਂ ਤੇ ਵੀ ਜਾ ਆਏ ਹਾਂ, ਇੰਨਾ ਚਿਰ ਇਹ ਵੀ ਕਰ ਲਿਆ, ਇੰਨਾ ਚਿਰ, ਹੁਣ ਥੋੜ੍ਹੀ ਲੋੜ ਹੈ ਸਾਨੂੰ ਚੁੱਕਣ ਦੀ, ਹੁਣ ਤੇ ਸਭ ਕੁਝ ਹੋ ਗਿਆ, ਸਭ ਯਾਤਰਾ ਕਰ ਸੁੱਟੀਆਂ। ਇਸ ਕਰਕੇ ਸਾਡੇ ਵਰਗਾ ਕੌਣ ਹੈ? ਵੱਡੀ ਸਾਰੀ ਮੋਹਰ ਲਾ ਕੇ ਫਿਰ ਰਹੇ ਹਾਂ, ਪਰ ਅਜੇ ਆਪਣੇ ਗੁਰੂ ਤੋਂ, ਗੁਰੂ ਗ੍ਰੰਥ ਸਾਹਿਬ ਤੋਂ ਪਾਸ ਨਹੀਂ ਕਰਵਾਇਆ, ਠੀਕ ਨਹੀਂ ਕਰਵਾਇਆ। ਤਾਂ ਇਹ ਜਿਹੜੀਆਂ ਜਾਲੀ ਮੋਹਰਾਂ ਨੇ, ਜਾਲੀ ਅਸੀਂ ਆਪਣੇ ਧਰਮ ਦੇ ਨਾਮ ਰੱਖੇ ਹੋਏ ਨੇ, ਇਹ ਅੱਗੇ ਜਾ ਕੇ ਕੰਮ ਨਹੀਂ ਆਉਂਦੇ, ਇੱਥੇ ਵੀ ਨਹੀਂ ਆਉਂਦੇ। ਵੈਸੇ ਸੱਚ ਇਹ ਹੈ, ਇਹ ਸਾਨੂੰ ਪਤਾ ਹੀ ਹੈ ਵੀ ਜੋ ਕੁਝ ਅਸੀਂ ਬਣ ਕੇ ਫਿਰ ਰਹੇ ਹਾਂ ਉਹ ਅਸੀਂ ਹੈ ਨਹੀਂ, ਤੇ ਕੰਮ ਇੱਥੇ ਵੀ ਕੋਈ ਨਹੀਂ ਆਉਂਦਾ। ਇੱਥੇ ਵੀ ਕਿਸੇ ਤੇ ਕੋਈ ਪ੍ਰਭਾਵ ਨਹੀਂ, ਕਿਸੇ ਤੇ ਕੋਈ ਅਸਰ ਨਹੀਂ ਸਾਡੇ ਜੀਵਨ ਦਾ। ਤਾਂ ਇੱਕ ਬਹੁਤ ਇਸ ਤਰ੍ਹਾਂ ਦਾ ਫਕੀਰ, ਜਿਹੜਾ ਕਈ ਸਾਲਾਂ ਤੋਂ ਤਪਸਵੀ ਸੀ, ਕਈ ਸਾਲਾਂ ਤੋਂ ਸੰਨਿਆਸੀ ਸੀ, ਘਰ ਨੂੰ ਤਿਆਗ ਚੁੱਕਾ ਸੀ, ਔਰ ਮਨ ਵਿੱਚ ਅਜੇ ਤੱਕ ਸੰਸਾਰ ਪ੍ਰਤੀ ਉਦਾਸੀ ਨਹੀਂ ਸੀ ਆਈ, ਸੰਸਾਰ ਨੂੰ ਤਿਆਗ ਨਹੀਂ ਸੀ ਸਕਿਆ, ਅੰਦਰੋਂ ਸੰਸਾਰ ਦੇ ਨਾਲੋਂ ਸੰਪਰਕ ਨਹੀਂ ਸੀ ਤੋੜ ਸਕਿਆ, ਵੈਰਾਗੀ ਨਹੀਂ ਸੀ ਹੋਇਆ। ਇੱਕ ਦਿਨ ਹਜ਼ੂਰ ਕਲਗੀਆਂ ਵਾਲੇ ਦੇ ਕੋਲ ਜਾ ਕੇ ਬੈਠ ਜਾਂਦਾ, ਪੁੱਛਿਆ
मैं बड़े चिर दी फकीरी कमा रहा, किवें करां, राह दसो। ते सतगुरु ने एक शब्द उचारण किया उस फकीर प्रति, सैब कहंदे रे मन ऐसो कर सन्यासा, बन से सदन सब कर समझो, मन ही माहे उदासा। हे फकीर, इस सारे संसार नूं जंगल समझ लै जे तू उदासी कमाउणी। जो ग्रह करें तो धर्म कर, जे घर रहने तो धर्मी बन जा, गृहस्थी हो जा, ठीक बन, ईमानदार। जो ग्रह करें तो धर्म कर, नहीं तो कर बैराग, जां फिर बैरागी बन जा, छड्ड दे जे हिम्मत है चढ़न दी। ते बथेरिया ने फड़िया होया, जे दो चार छड्ड भी देणगे तो पाप की है। पर कबीर जी कहते ने बैरागी बंधन करे। जे वो बैरागी बंदा ਜਿਹੜਾ ਸੰਸਾਰ ਨੂੰ ਛੱਡ ਕੇ ਨਿਕਲ ਗਿਆ ਤੇ ਜਿਹੜੀਆਂ ਬਿਮਾਰੀਆਂ ਵਿੱਚੋਂ ਘਰੋਂ ਨਿਕਲ ਕੇ ਗਿਆ ਹੈ, ਉਹ ਹੀ ਬਿਮਾਰੀ ਫਿਰ ਆਪਣੇ ਗਲ ਵਿੱਚ ਪਾ ਲਵੇ, ਮੇਰ ਤੇਰ ਦੀ, ਵੱਡੇ ਛੋਟੇ ਦੀ, ਬਣਨ ਮਿਟਣ ਦੀ, ਹੋਂਦ ਅਣਹੋਣ ਦੀ, ਮੈਨੂੰ ਵੀ ਕੋਈ ਸਮਝਦਾ ਕਿ ਨਹੀਂ। ਜੇ ਇਹ ਬਿਮਾਰੀਆਂ ਬਣਨ ਨਾ ਬਣਨ ਦੀਆਂ ਘਰ ਛੱਡ ਕੇ ਵੀ ਕਾਇਮ ਰਹੀਆਂ ਤੇ ਹਜ਼ੂਰ ਕਹਿੰਦੇ ਨੇ ਜੇ ਤੂੰ ਕੁਝ ਬਣਨਾ ਹੀ ਸੀ ਫਿਰ ਪਿੰਡ ਰਹਿੰਦਾ ਮੈਂਬਰ ਬਣ ਜਾਂਦਾ ਪੰਚਾਇਤ ਦਾ, ਫਿਰ ਇੱਥੇ ਕੀ ਲੈਣਾ ਹੈ। ਇਹ ਬਣਨ ਵਾਲੀ ਤਾਂ ਥਾਂ ਹੈ ਨਹੀਂ ਸੀ। ਇੱਥੇ ਤਾਂ ਜਿਸ ਗੁਰੂ ਵਿੱਚ ਇੰਨੀ ਸ਼ਕਤੀ ਸੀ, ਕੱਲ ਮੈਂ ਬੇਨਤੀ ਕੀਤੀ ਸੀ, ਜਿਹਦੇ ਵਿੱਚ ਇੰਨੀਆਂ ਬਰਕਤਾਂ, ਇੰਨੀਆਂ ਸ਼ਕਤੀਆਂ, ਇੰਨੀ ਮਹਾਨਤਾ, ਉਹਨਾਂ ਨੇ ਵੀ ਇਹ ਬਚਨ ਕਿਹਾ। ਜਦੋਂ ਉਹ ਕੋਈ ਕਵਿਤਾ, ਕੋਈ ਬਾਣੀ ਲਿਖਦੇ ਨੇ ਤੇ ਉਹ ਕਹਿੰਦੇ ਅਕਾਲ ਪੁਰਖ ਵਾਚ ਇਸ ਕੀਟ ਪ੍ਰਤੀ, ਗੁਰੂ ਗੋਬਿੰਦ ਸਿੰਘ ਮਹਾਰਾਜ। ਇਹ ਅਕਾਲ ਪੁਰਖ ਨੇ ਮੇਰੇ ਵਾਸਤੇ ਉਪਦੇਸ਼ ਦਿੱਤਾ ਸੀ, ਅੱਗੇ ਸਾਰੀ ਬਾਣੀ ਹੈ। ਇਸ ਕੀਟ ਪ੍ਰਤੀ, ਕੀਟ ਕਹਿੰਦੇ ਨੇ ਕੀੜਾ, ਗੁਰੂ ਗੋਬਿੰਦ ਸਿੰਘ ਆਪਣੇ ਆਪ ਨੂੰ ਕੀੜਾ ਕਹਿ ਰਹੇ ਨੇ। ਮੇਰੇ ਪ੍ਰਤੀ ਰੱਬ ਨੇ ਇਹ ਗੱਲਾਂ ਕਹੀਆਂ। ਫਿਰ ਵੀ ਇੰਨੇ ਵੱਡੇ ਕੰਮ ਕਰਕੇ ਵੀ ਜੰਗਾਂ ਜਿੱਤੀਆਂ ਗਈਆਂ, ਕਿਲੇ ਬਣ ਗਏ, ਗਿਆਨ ਦੇ ਭੰਡਾਰ ਗ੍ਰੰਥ ਲਿਖੇ ਗਏ, ਖਾਲਸੇ ਦੀ ਸਾਜਣਾ ਹੋ ਗਈ, ਧਨ ਦੀ ਕੋਈ ਕਮੀ ਨਾ ਰਹੀ। ਤੇ ਸਾਰਾ ਕੁਝ ਪਾ ਕੇ ਵੀ ਉਸ ਗੁਰੂ ਨੇ ਇੱਕ ਗੀਤ ਗਾਇਆ। ਉਹ ਕਿਹੜਾ ਸੀ? ਉਸ ਗੀਤ ਵਿੱਚ ਕਿਹਾ ਕਿ ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਹ ਸੇ ਗਰੀਬ ਕਰੋੜ ਪਰੇ। ਸਿੱਖਾਂ ਵੱਲ ਇਸ਼ਾਰਾ ਕਰ ਦਿੱਤਾ, ਕਹਿੰਦੇ ਇਹਨਾਂ ਦੀ ਕਿਰਪਾ ਨਾਲ ਇਹ ਸਭ ਕੁਝ ਹੋਇਆ, ਮੇਰੀ ਨਾਲ ਨਹੀਂ ਹੈ। ਪਰ ਉਹਨਾਂ ਦੇ ਇਕੱਲੇ ਲਫ਼ਜ਼ ਨਹੀਂ ਸਨ। ਲਫ਼ਜ਼ ਤੇ ਅਸੀਂ ਵੀ ਬੋਲ ਦਿੰਦੇ ਹਾਂ, ਮੈਂ ਕੁਝ ਨਹੀਂ ਹਾਂ, ਮੈਨੂੰ ਤੇ ਗੁਰੂ ਨੇ ਸਭ ਕੁਝ ਦਿੱਤਾ ਹੈ। ਪਰ ਜਿੱਥੇ ਮਰਜ਼ੀ ਕਰਨੀ ਹੁੰਦੀ ਉੱਥੇ ਆਪਣੀ ਜਦੋਂ ਸ਼ਬਦ ਵਰਤਨੇ ਉਦੋਂ ਕਹਿੰਦੇ ਗੁਰੂ ਨੇ ਕਿਹਾ, ਮੈਂ ਉਹਦੇ ਹੁਕਮ ਵਿੱਚ ਤੁਰ ਰਿਹਾ। ਇਹ ਧੋਖੇਬਾਜ਼ੀ ਹੈ। ਤਾਂ ਉਹ ਜਿਹੜਾ ਫਕੀਰ ਸੀ, ਮੈਂ ਗੱਲ ਕਰ ਰਿਹਾ ਕਿ ਨਮੋ ਸਰਬ ਦੇਸੇ, ਅਕਾਲ ਪੁਰਖ ਵਾਹਿਗੁਰੂ ਨੂੰ ਝੁਕ ਕੇ ਕਲਗੀਆਂ ਵਾਲੇ ਪਾਤਸ਼ਾਹ ਸਿਜਦਾ ਕਰਦੇ, ਨਮਸਕਾਰ ਕਰਦੇ ਹੋਏ ਕਹਿੰਦੇ ਕਿ ਤੂੰ ਸਾਰਿਆਂ ਦੇਸ਼ਾਂ ਵਿੱਚ ਰਹਿਣ ਵਾਲਾ। ਇਹ ਫਕੀਰ ਸਿੱਖ ਦਾ ਰਿਹਾ ਤੇ ਜਿੱਦਣ ਮਾਲਵੇ ਵਿੱਚ ਸਨ, ਸਤਿਗੁਰਾਂ ਦੀ ਜਿਹੜੀ ਪਹਿਰੇਦਾਰੀ ਦੀ ਸੇਵਾ ਸੀ, ਕੁਝ ਦਿਨ ਭਾਈ ਡੱਲੇ ਨੇ ਲਈ। ਭਾਈ ਡੱਲਾ ਜਿਹੜਾ ਹੋਇਆ, ਇੱਕ ਦਿਨ ਉਹਨੇ ਕਿਹਾ, ਮਹਾਰਾਜ ਤੁਹਾਡੇ ਸਿੱਖ ਥੱਕੇ ਹੋਏ ਨੇ ਨਾਲ ਦੇ, ਤੇ ਤੁਸੀਂ ਰਾਤ ਵਿਸ਼ਰਾਮ ਕਰਨਾ ਹੈ ਖੇਮੇ ਵਿੱਚ, ਤੇ ਰਾਤ ਨੂੰ ਪਹਿਰੇਦਾਰੀ ਹੁੰਦੀ, ਉਦੋਂ ਜੰਗਲ ਹੁੰਦੇ ਸੀ, ਤਾਂ ਰਾਤ ਦੀ ਪਹਿਰੇ ਦੀ ਡਿਊਟੀ ਤੁਸੀਂ ਮੈਨੂੰ ਦੇ ਦਿਓ, ਥੋੜ੍ਹੇ ਦਿਨਾਂ ਦੀ ਸੇਵਾ ਮੈਂ ਵੀ ਕਰਾਂਗਾ, ਆਪਣੇ ਸਿਪਾਹੀਆਂ ਸਮੇਤ ਪਹਿਰਾ ਦਿਆਂਗਾ। ਸਤਿਗੁਰੂ ਨੇ ਕਿਹਾ, ਚੱਲ ਇਹ ਸੇਵਾ ਤੈਨੂੰ ਦੇਣੇ, ਤੂੰ ਪਹਿਰਾ ਦਿਆ ਕਰ ਰਾਤ ਨੂੰ। ਨਾਲ ਸਿਪਾਹੀ 10-20 ਉਹ ਪਹਿਰਾ ਦੇਣ ਲੱਗ ਪਿਆ। ਰਾਤ ਬਾਹਰ ਤੇ ਹਜ਼ੂਰ ਆਪਣੇ ਖੇਮੇ ਵਿੱਚ ਆਰਾਮ ਕਰਨ ਲੱਗ ਪਏ। ਤਾਂ ਇਸ ਤਰ੍ਹਾਂ ਕਿਤੇ ਅੱਧੀ ਰਾਤ ਬੀਤ ਗਈ। ਉਹ ਫਕੀਰ ਵੀ ਬਾਹਰ ਬੈਠਾ ਹੈ, ਬਾਹਰ ਡੱਲਾ ਵੀ ਖੜਾ ਹੈ।
ਡੱਲੇ ਨੂੰ ਖਬਰ ਮਿਲ ਗਈ ਕਿ ਵਜੀਦ ਖਾਂ ਤਿਆਰੀ ਕਰ ਰਿਹਾ ਚੜ੍ਹ ਕੇ ਆਉਣ ਦੀ। ਸਤਿਗੁਰਾਂ ਨੇ ਉਹਨੂੰ ਕਿਹਾ ਵੀ ਸੀ ਕਿ ਜੇ ਲੋੜ ਪਈ ਤਾਂ ਤੇਰੀ ਵਰਤੋਂ ਕਰਾਂਗੇ। ਡੱਲੇ ਨੇ ਰਾਤ ਆਪਣੇ ਸਿਪਾਹੀਆਂ ਨਾਲ ਸਲਾਹ ਕੀਤੀ, ਰਾਤੋਂ ਰਾਤ ਦੌੜ ਗਿਆ, ਚਲਾ ਗਿਆ, ਪੁੱਛਿਆ ਵੀ ਨਹੀਂ। ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਜਾਗੇ ਤੇ ਕਲਗੀਆਂ ਵਾਲੇ ਦੇ ਮੁਖਾਰਬਿੰਦ ਤੋਂ ਇੱਕ ਸ਼ਬਦ ਨਿਕਲਿਆ। ਕਹਿਣ ਲੱਗੇ, ਭਾਈ ਡੱਲਾ ਕਿੱਥੇ ਹੈ? ਹਨੇਰਾ ਸੀ, ਇਸ਼ਨਾਨ ਕਰੀਏ, ਨਾਮ ਨਾਲ ਜੁੜੀਏ, ਰੱਬ ਦੀ ਇਬਾਦਤ ਕਰੀਏ। ਕਿੱਥੇ ਹੈ? ਤੇ ਬਾਹਰ ਬੈਠਾ ਸੀ ਉਹ ਫਕੀਰ, ਉਹ ਕੁਝ ਗਾਉਂਦਾ ਵੀ ਹੁੰਦਾ ਸੀ। ਉਹਨੇ ਗਾ ਕੇ ਇੱਕ ਸ਼ਬਦ ਕਿਹਾ, ਕਹਿਣ ਲੱਗਾ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਰਹਿ ਗਿਆ ਕੱਲਾ। ਕਵਿਤਾ ਬਣਾ ਦਿੱਤੀ ਉਹਨੇ। ਇਸ ਫਕੀਰ ਦੀ ਕਵਿਤਾ ਬੜੀ ਪਿਆਰੀ ਸੀ। ਉਹ ਕਹਿੰਦਾ, ਨਾ ਡੱਲਾ, ਇੱਥੇ ਕੋਈ ਡੱਲਾ ਨਹੀਂ ਰਿਹਾ ਤੁਹਾਡਾ, ਦੌੜ ਗਏ ਨੇ। ਨਾ ਮੱਲਾ, ਗੁਰੂ ਗੋਬਿੰਦ ਸਿੰਘ ਰਹਿ ਗਿਆ ਕੱਲਾ। ਤੇ ਅੱਗੇ ਜਿਹੜਾ ਕਵੀਆਂ ਦਾ ਕਵੀ ਗੁਰੂ ਬੈਠਾ ਸੀ, ਉਹਨਾਂ ਨੇ ਉਸੇ ਵੇਲੇ ਅੰਦਰਲੇ ਪਾਸਿਓਂ ਜਵਾਬ ਦਿੱਤਾ। ਕਹਿਣ ਲੱਗੇ, ਉਹ ਫਕੀਰਾ, ਗੋਬਿੰਦ ਸਿੰਘ ਕਦੀ ਨਹੀਂ ਉਹ ਕੱਲਾ, ਉਹਦੇ ਨਾਲ ਸਦਾ ਹੀ ਅੱਲਾ, ਉਹਦੇ ਨਾਲ ਸਦਾ ਨਾਲ ਰਹਿੰਦਾ, ਤੂੰ ਕਿਉਂ ਚਿੰਤਾ ਕਰਨਾ ਹੈ? ਇੱਥੇ ਮੈਂ ਕਦੀ ਕੱਲਾ ਹੋਇਆ ਹੀ ਨਹੀਂ, ਮੇਰੇ ਨਾਲ ਸਦਾ ਮੇਰਾ ਅੱਲਾ ਹੈ, ਤੇ ਜਿਸ ਥਾਂ ਤੇ ਜਾਣਾ ਉੱਥੇ ਮੇਰੇ ਨਾਲ ਤੁਰਦਾ ਹੈ। ਤਾਂ ਹੀ ਹਜ਼ੂਰ ਨੇ ਇਸੇ ਬਾਣੀ ਵਿੱਚ ਬਚਨ ਕੀਤਾ, ਕਹਿੰਦੇ, ਸਦਾ ਅੰਗ ਸੰਗੇ ਅਭੰਗਮ ਵਿਭੂਤੇ। ਵਿਭੂਤੇ ਕਹਿੰਦੇ ਨੇ ਸ਼ਕਤੀ ਨੂੰ, ਜਿਹਦੀ ਸ਼ਕਤੀ ਨੂੰ ਕੋਈ ਭੰਨ ਨਹੀਂ ਸਕਦਾ, ਉਹ ਮੇਰੇ ਅੰਗ ਸੰਗ ਸਹਾਈ ਹੈ, ਸਦਾ ਨਾਲ ਹੈ। ਤਾਂ ਸਤਿਗੁਰੂ ਨੇ ਸਾਰਿਆਂ ਦੇਸ਼ਾਂ ਦਾ ਉਹਨੂੰ ਨਿਵਾਸੀ ਜਾਣ ਕੇ ਇੱਕ ਵਾਰੀ ਮਸਤਕ ਨੀਵਾਂ ਕੀਤਾ, ਸਿਰ ਝੁਕਾਇਆ ਤੇ ਬਚਨ ਉਚਾਰੇ। ਕਹਿੰਦੇ, ਨਮੋ ਸਰਬ ਦੇਸੇ, ਸਾਰਿਆਂ ਥਾਵਾਂ ਤੇ ਨਿਵਾਸ ਕਰਨ ਵਾਲਿਆ, ਤੈਨੂੰ ਨਮਸਕਾਰ ਹੈ। ਨਮੋ ਸਰਬ ਭੇਸੇ, ਸਾਰਿਆਂ ਵੇਸਾਂ ਵਿੱਚ ਕਿੰਨੀ ਤਰ੍ਹਾਂ ਦੇ ਸਰੀਰ ਨੇ, ਕਿੰਨੀ ਤਰ੍ਹਾਂ ਦੀਆਂ ਨਸਲਾਂ ਨੇ, ਕਿੰਨੀ ਤਰ੍ਹਾਂ ਦੇ ਜੀਵ ਨੇ। ਸਾਰਿਆਂ ਦੇ ਵੇਸ ਕੱਪੜੇ ਤਾਂ ਵੱਖਰੇ, ਨੈਣ ਨਕਸ਼ ਤੇ ਵੱਖਰੇ ਨੇ, ਸਾਰਾ ਕੁਝ ਵੱਖਰਾ ਵੱਖਰਾ, ਉਹਨਾਂ ਦੇ ਨਾਮ ਵੀ ਵੱਖਰੇ, ਪਰ ਉਹਨਾਂ ਦੇ ਵੇਸ ਵਿੱਚ ਤੂੰ ਲੁਕ ਕੇ ਬੈਠਾ ਹੈ, ਤੈਨੂੰ ਨਮਸਕਾਰ ਹੈ। ਸਾਹਿਬ ਅੱਗੇ ਬਚਨ ਕਹਿੰਦੇ, ਨਮੋ ਰਾਜ ਰਾਜੇ, ਰਾਜ ਦੀ ਸ਼ਕਤੀ ਤੇਰੇ ਵਿੱਚ ਹੈ। ਤੇਰੇ ਵਿੱਚ ਰਾਜ ਦੇ ਵੈਸੇ ਅਖਰੀ ਅਰਥ ਨੇ, ਇੱਕ ਰਜੋ ਗੁਣ ਹੈ, ਰਾਜ ਦੇ ਅਖਰੀ ਅਰਥ ਨੇ ਰੱਸੀ, ਧਿਆਨ ਦੇਣਾ। ਰਾਜ ਦੇ ਅਰਥ, ਰਾਜ ਕਰਨਾ ਸ਼ਬਦ ਟਿਕ ਗਿਆ ਹੈ, ਪਰ ਇਸ ਅੱਖਰ ਦਾ ਜਿਹੜਾ ਭਾਸ਼ਾ ਕੋਸ਼ ਹੈ, ਜਿਹੜੀ ਜੜ ਹੈ, ਜਿਹੜੀ ਧਾਤੂ ਹੈ, ਜਿਹਦੇ ਵਿੱਚੋਂ ਇਹ ਸ਼ਬਦ ਨਿਕਲਿਆ, ਜਿਸ ਅਵਸਥਾ ਵਿੱਚੋਂ, ਉਹਨੂੰ ਕਹਿੰਦੇ ਨੇ ਰੱਸੀ। ਤੁਸੀਂ ਭਗਤ ਜੀ ਦੀ ਬਾਣੀ ਪੜ੍ਹੋਗੇ, ਸ਼ਾਇਦ ਅੱਜ ਦਾ ਹੁਕਮਨਾਮਾ ਹੀ ਆਇਆ ਹੈ, ਜਬ ਹਮ ਹੋਤੇ तब तू नाही, अब तू ही मैं नाही, अनिल अगम जैसे लहर में ओदत जल, केवल जल माही। माधवे क्या कहिए भ्रम ऐसा, जैसा जानिए होए ना तैसा। नरपत एक सिंहासन सोया, सुपने भया भिखारी, अशत राज बिछरत दुख पाया, सोगत भई हमारी। अगे एक लफ्ज आउंदा है, राज भुयंग प्रसंग जैसे है। भुयंग कहते ने सप नूं ते राज कहते रस्सी नूं। जिवें एक प्रसंग दुनिया विच चलदा है कि हनेरे विच पई हुई राज रस्सी, ये शब्द इस्त्री लिंग है। राज जिहड़ा है, बड़े शब्द ने जिहड़े इस्त्री लिंग, जिवें बाज शब्द जिहड़ा है ना, वो पुरुषवाचक नहीं। आपां कहने बाज आया बाज गया, नहीं, बाज इस्त्री लिंग है। बाज नर नहीं हुंदी, मादा हुंदी है। राज शब्द भी इस्त्री लिंग है। राज का अर्थ है रस्सी पई हुई है, आपां कहांगे राज पिया होया है। तां ये राज भुयंग प्रसंग जैसे है, अब किछ मरम जिनाया।
अनिक कटक जैसे भूल परे अब कहते कह न आया। सर्बे एक अनेका स्वामी सब कट भोगवै सोई। कह रविदास हाथ पै नेरै सहजे होए सो होई। राज ਦੇ ਅਰਥ ਨੇ ਰੱਸੀ। ਸਤਿਗੁਰੂ ਕਹਿੰਦੇ ਤੇਰੇ ਹੱਥਾਂ ਵਿੱਚ ਬੜੀਆਂ ਜ਼ਬਰਦਸਤ ਰੱਸੀਆਂ ਨੇ। ਬੜੇ ਬੜੇ ਲੋਕਾਂ ਦੇ ਗਲਾਂ ਵਿੱਚ ਰੱਸੀਆਂ ਪਾ ਕੇ ਤੂੰ ਉਹਨਾਂ ਨੂੰ ਗੁਲਾਮ ਕੀਤਾ ਹੋਇਆ ਹੈ। ਔਰ ਤੇਰੇ ਹੱਥ ਵਿੱਚ ਇੰਨੀ ਜ਼ਬਰਦਸਤ ਰੱਸੀ ਹੈ, ਤੇਰੇ ਹੱਥਾਂ ਵਿੱਚ ਇੰਨੀਆਂ ਜ਼ਬਰਦਸਤ ਨੱਥਾਂ ਨੇ। ਨੱਥ ਦਾ ਮਤਲਬ ਹੁੰਦਾ ਹੈ ਜਿਹੜੇ ਬਲਦਾਂ ਦੇ ਨੱਕਾਂ ਵਿੱਚ, ਨਾਸਕਾਂ ਦੇ ਵਿੱਚ ਸੁਰਾਖ ਕੱਢ ਕੇ ਜ਼ਿਮੀਂਦਾਰ ਬਲਦਾਂ ਨੂੰ ਵਾਹੁਣ ਵਾਸਤੇ ਉਹਦੇ ਵਿੱਚੋਂ ਰੱਸੀ ਕੱਢ ਲੈਂਦੇ, ਉਹਨੂੰ ਕਹਿੰਦੇ ਨੱਥ ਪਾਉਣੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਬਚਨ ਕੀਤੇ ਸਾਹਿਬ ਨੇ। ਉਹ ਕਹਿੰਦੇ ਜੋ ਆਕਾਸ਼ ਨਾ ਮਾਵਣੀ ਤਿੰਨ ਨੱਕ ਨੱਥਾਂ ਪਾਏ। ਮਾਵਣੀ ਦਾ ਮਤਲਬ ਪੂਰੇ ਆਉਣਾ ਹੈ। ਜਿਵੇਂ ਆਪਾਂ ਪੁਰਾਣਾ ਇੱਕ ਲਫ਼ਜ਼ ਸੀ ਵੀ ਇੱਕ ਚੀਜ਼ ਦੇ ਵਿੱਚ, ਇੱਕ ਭਾਂਡੇ ਵਿੱਚ ਤੁਸੀਂ ਆਟਾ ਪਾਉਣ ਲੱਗੋ ਤੇ ਪੂਰਾ ਨਾ ਆਵੇ, ਉਹਦੇ ਲਈ ਸ਼ਬਦ ਵਰਤਿਆ ਜਾਂਦਾ ਸੀ ਵੀ ਇਹਦੇ ਵਿੱਚ ਮਿਆਉਂਦਾ ਨਹੀਂ, ਇਹਦੇ ਵਿੱਚ ਆਉਂਦਾ ਨਹੀਂ, ਪੂਰਾ ਨਹੀਂ ਆ ਰਿਹਾ। ਉਹਨੂੰ ਕਹਿੰਦੇ ਮਾਵਣੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਸਾਰੇ ਸ਼ਬਦ ਨੇ ਪੁਰਾਣੇ। ਉਹਨਾਂ ਦੀ ਭਾਸ਼ਾ ਸਾਨੂੰ ਪੜ੍ਹਨੀ ਚਾਹੀਦੀ ਹੈ। ਠੀਕ ਹੈ, ਨਵੀਂ ਭਾਸ਼ਾ ਦਾ ਗਿਆਨ ਵੀ ਹੋਣਾ ਸਿੱਖ ਨੂੰ ਜ਼ਰੂਰੀ ਹੈ। ਸਾਰੀਆਂ ਭਾਸ਼ਾਵਾਂ ਆਉਣ ਚੰਗੀ ਗੱਲ, ਪਰ ਜਿਹੜਾ ਮੁੱਢ ਮੂਲ ਹੈ, ਜਿਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਗਈ ਜਿਸ ਭਾਸ਼ਾ ਦੇ, ਉਹਦਾ ਪਤਾ ਗਿਆਨ ਜ਼ਰੂਰ ਹੋਣਾ ਚਾਹੀਦਾ। ਹਜ਼ੂਰ ਕਹਿੰਦੇ ਜੋ ਆਕਾਸ਼ ਨਾ ਮਾਵਣੀ। ਜਿਹੜੇ ਲੋਕ ਆਪਣੇ ਆਪ ਨੂੰ ਇੰਨਾ ਵੱਡਾ ਸਮਝਦੇ ਸਨ ਵੀ ਧਰਤੀ ਤੋਂ ਲੈ ਕੇ ਆਕਾਸ਼ ਤੱਕ ਪੂਰੇ ਨਹੀਂ ਸਨ ਆਉਂਦੇ, ਇੰਨੇ ਸ਼ਕਤੀਸ਼ਾਲੀ ਸਨ, ਇੰਨੀ ਤਾਕਤ ਸੀ ਜਿਨ੍ਹਾਂ ਕੋਲ। ਕਹਿੰਦੇ ਤੇਰੇ ਹੱਥ ਵਿੱਚ ਨੱਥਾਂ ਤੇ ਰੱਸੀਆਂ ਇੰਨੀਆਂ ਵੱਡੀਆਂ ਨੇ, ਤੂੰ ਉਹਨਾਂ ਨੂੰ ਵੀ ਨੱਥ ਪਾ ਕੇ ਅੱਗੇ ਤੋਰ ਲਿਆ, ਅਖੀਰ ਨੂੰ ਖੁਆਰ ਕਰ ਦਿੱਤੇ। ਸਾਹਿਬ ਕਹਿੰਦੇ ਜੋ ਆਕਾਸ਼ ਨਾ ਮਾਵਣੀ ਤਿੰਨ ਨੱਕ ਨੱਥਾਂ ਪਾਏ। ਤੇਰੀਆਂ ਹੱਥਾਂ ਵਿੱਚ ਇੰਨੀ ਸ਼ਕਤੀ ਹੈ ਕਿ ਨੱਕ ਨੱਥ ਖਸਮ ਹੱਥ, ਹਰ ਇੱਕ ਜੀਵ ਦੇ ਨੱਕ ਵਿੱਚ ਨਕੇਲ ਪਾ ਕੇ, ਰੱਸੀ ਪਾ ਕੇ, ਉਹਦਾ ਇੱਕ ਸਿਰਾ ਤੂੰ ਆਪਣੇ ਹੱਥ ਵਿੱਚ ਫੜਿਆ ਹੋਇਆ ਹੈ। ਜਿੱਧਰ ਨੂੰ ਖਿੱਚਣਾ ਉਸ ਜੀਵ ਨੂੰ ਉੱਧਰ ਜਾਣਾ ਪੈਂਦਾ। ਤੂੰ ਖਿੱਚ ਕੇ, ਹੁਕਮ ਦੀ ਨੱਥ ਪਾਈ ਹੋਈ ਹੈ, ਹੁਕਮ ਦੀ ਨੱਥ। ਤੇ ਤੇਰੇ ਹੱਥ ਵਿੱਚ ਇੱਕ ਕਿਰਤ ਦੀ ਸੋਟੀ ਹੈ, ਉਹਨੂੰ ਮਾਰਨਾ ਤੇ ਉੱਧਰ ਨੂੰ ਤੁਰੀ ਜਾਂਦਾ। ਕਿਰਤ ਧੱਕੇ ਦੇ। ਹਾਂ, ਕਈ ਇਸ ਤਰ੍ਹਾਂ ਦੇ ਮੂਰਖ ਬਲਦ ਹੁੰਦੇ ਨੇ, ਕਈ ਇਸ ਤਰ੍ਹਾਂ ਦੇ ਹਠੀ ਤੇ ਆਪ ਹੁਦਰੇ ਬਲਦ ਵੀ ਹੁੰਦੇ ਜਿਹੜੇ ਨੱਥਾਂ ਵੀ ਤੋੜ ਜਾਂਦੇ ਨੇ। ਥੋੜ੍ਹੇ ਜਿਹੇ ਹਨ, ਕਈ ਬੰਦੇ ਹਨ ਨਾ, ਆਪਾਂ ਕਹਿੰਦੇ ਪਰਵਾਹ ਨਹੀਂ ਕਰ ਰਿਹਾ ਕਿਸੇ ਦੀ, ਇਹਨੂੰ ਕੁਝ ਨਹੀਂ ਹੋ ਰਿਹਾ। ਕਿਉਂ? ਨੱਥ ਟੁੱਟ ਗਈ ਇਹਦੀ, ਨੱਥ ਤੋੜ ਕੇ ਦੌੜ ਗਿਆ, ਆਪਣੇ ਮਾਲਕ ਤੋਂ ਆਕੀ ਹੋ ਗਿਆ। ਤੇ ਅੱਜ ਕੱਲ੍ਹ ਤੇ ਇਸ ਤਰ੍ਹਾਂ ਦੇ ਬਲਦ ਬਹੁਤੇ ਨੇ ਜਿਨ੍ਹਾਂ ਨੇ ਨੱਥਾਂ ਤੋੜੀਆਂ ਹੀ ਹੋਈਆਂ ਨੇ ਗੁਰੂ ਕੋਲੋਂ, ਨੱਥ ਛਡਾ ਕੇ ਭੱਜ ਗਏ ਨੇ। ਇਹ ਨੱਥ ਛਡਾ ਕੇ ਭੱਜਣਾ ਹੈ। ਗੁਰੂ ਨੇ ਕਿਹਾ ਸੀ ਕੇਸ ਸਾਬਤ ਰੱਖਣੇ ਨੇ, ਨਹੀਂ ਰੱਖੇ, ਨੱਥ ਤੋੜ ਗਿਆ ਸਿੱਖ। ਗੁਰੂ ਨੇ ਕਿਹਾ ਸੀ ਦਾਰੂ ਸ਼ਰਾਬ ਨਹੀਂ ਪੀਣੀ, ਨਸ਼ਾ ਨਹੀਂ ਕਰਨਾ, ਪਰ ਡੁੱਬਿਆ ਹੋਇਆ ਉਹਦੇ ਵਿੱਚ, ਨੱਥ ਤੋੜ ਗਿਆ। ਜਿਹੜੇ ਕਰਮ ਵਿਵਰਜਿਤ ਕੀਤੇ ਸਨ ਗੁਰੂ ਨੇ, ਧੋਖਾ ਨਹੀਂ ਦੇਣਾ, ਕਿਸੇ ਦਾ ਹੱਕ ਨਹੀਂ ਖਾਣਾ, ਨਜਾਇਜ਼ ਕਿਸੇ ਨੂੰ ਦੁਖੀ ਨਹੀਂ ਕਰਨਾ, ਵਾਹ ਲੱਗੇ ਤੇ ਸਰਬੱਤ ਦਾ ਭਲਾ ਕਰਨਾ, ਨਹੀਂ ਕਰਦਾ, ਇਹ ਤਾਂ ਨੱਥ ਤੋੜ ਗਿਆ। ਪਰ ਜਿਹੜੇ ਬਲਦ ਨੱਥ ਤੋੜ ਜਾਂਦੇ ਉਹਨਾਂ ਦੀ ਹਾਲਾਤ ਕੀ ਹੁੰਦੀ ਉਹ ਵੀ ਬਾਣੀ ਵਿੱਚ ਲਿਖੀ ਹੋਈ ਹੈ। ਚਾਰ ਪਾਮ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਕਬੀਰ ਜੀ ਦਾ ਸ਼ਬਦ ਹੈ। ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਾਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਟੂਟੇ ਕਾਂਦਨ ਫਾਟੇ ਨਾਕਣ ਕੋਧੋ ਕੋ ਭਸ ਖਈ ਹੈ, ਸਾਰੋ ਦਿਵਸ ਡੋਲਤ ਬਨ ਮਈਆ ਅਜੋ ਨਾ ਪੇਟ ਅਗਾਈ ਹੈ। ਇਹ ਉਸ ਬਲਦ ਦੀ ਗੱਲ ਕੀਤੀ ਗਈ ਹੈ ਜਿਹੜਾ ਤੁਸੀਂ ਪਿੰਡਾਂ ਵਿੱਚ ਵੇਖਿਆ ਹੋਵੇਗਾ, ਅਵਾਰਾ ਬਲਦ ਫਿਰਦੇ ਨੇ, ਨੱਥ ਕੋਈ ਨਹੀਂ ਹੁੰਦੀ ਉਹਨਾਂ ਨੂੰ।
ਉਹ ਕਦੀ ਕਿਸੇ ਖੇਤ ਵਿੱਚ ਮੂੰਹ ਮਾਰਦੇ ਨੇ, ਉੱਥੋਂ ਡਾਂਗਾਂ ਪੈਂਦੀਆਂ ਨੇ, ਲੱਤਾਂ ਸੁੱਜੀਆਂ ਹੋਈਆਂ ਨੇ ਡਾਂਗਾਂ ਖਾ ਖਾ ਕੇ, ਅੱਖਾਂ ਵਿੱਚੋਂ ਪਾਣੀ ਵਗੀ ਜਾਂਦਾ ਹੈ, ਸਰੀਰ ਕਮਜ਼ੋਰ ਪੈ ਗਿਆ, ਖਾਣ ਨੂੰ ਮਿਲਦਾ ਕੁਝ ਨਹੀਂ, ਬੇਮਾਲਕ ਹੋ ਗਿਆ, ਹਰ ਇੱਕ ਥਾਂ ਤੋਂ ਵੱਟੇ ਵੱਜਦੇ ਨੇ। ਜਿਹੜਾ ਗੁਰੂ ਦੀ ਨੱਥ ਤੋੜ ਕੇ ਤੁਰ ਗਿਆ ਉਹ ਅਵਾਰਾ ਬਲਦ ਵਰਗਾ ਬਣ ਗਿਆ, ਉਹਦਾ ਘਰ ਘਾਟ ਕੋਈ ਨਹੀਂ, ਬੇਘਰ ਹੋ ਗਿਆ। ਇਸ ਲਈ ਹਜ਼ੂਰ ਕਹਿੰਦੇ ਆਪਣੇ ਜੀਵਨ ਦੀ ਨੱਥ ਗੁਰੂ ਦੇ ਹੱਥ ਵਿੱਚ ਫੜਾ, ਉਹਨੂੰ ਪਤਾ ਹੈ ਸਿੱਧਾ ਰਾਹ ਕਿਹੜਾ, ਨਹੀਂ ਤੇ ਤੂੰ ਉਲਝ ਜਾਣਾ ਜ਼ਿੰਦਗੀ ਵਿੱਚ, ਰਾਹ ਦਾ ਤੈਨੂੰ ਪਤਾ ਨਹੀਂ। ਕਲਗੀਆਂ ਵਾਲੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਕਰਦੇ ਹੋਏ ਕਹਿੰਦੇ, ਨਮੋ ਰਾਜ ਰਾਜੇ, ਰਾਜ ਤੇਰੇ ਹੱਥ ਵਿੱਚ ਸ਼ਕਤੀ ਹੈ, ਤੇਰੇ ਹੱਥ ਵਿੱਚ ਰੱਸੀਆਂ ਨੇ, ਤੂੰ ਸਾਰਿਆਂ ਤੇ ਆਪਣੀ ਨਕੇਲ ਕੱਸ ਕੇ ਖੜਾ ਹੈ। ਫਿਰ ਕਹਿੰਦੇ ਨਮੋ ਸਾਜ ਸਾਜੇ, ਤੇਰੇ ਵਿੱਚ ਕਈ ਕੁਝ ਸਾਜਣ ਦੀ ਸ਼ਕਤੀ ਹੈ, ਤੂੰ ਕਈ ਕੁਝ ਸਿਰਜਣ ਕਰ ਲੈਣਾ ਹੈ, ਕਈ ਕੁਝ ਬਣਾ ਦੇਣਾ ਹੈ, ਕੋਈ ਪਤਾ ਨਹੀਂ ਕੀ ਮੌਜ ਆ ਜਾਏ। ਤੂੰ ਸਾਜ ਵੀ ਸਕਣਾ ਹੈ, ਤੂੰ ਵਿਨਾਸ਼ ਵੀ ਕਰ ਸਕਣਾ ਹੈ। ਇਸ ਕਰਕੇ ਕਹਿੰਦੇ ਮਨੁੱਖ ਨੂੰ ਸਮਝਾ ਰਹੇ ਨੇ, ਤੂੰ ਕਦੀ ਵੀ ਕੁਝ ਬਣਨ ਦੀ ਅੰਦਰ ਹੰਕਾਰ ਨਾ ਕਰੀ, ਕਿਉਂਕਿ ਉਹ ਬਣਿਆ ਨੂੰ ਢਾਹ ਵੀ ਲੈਂਦਾ ਹੈ, ਤੇ ਜਿਹੜੇ ਢਹਿ ਗਏ ਉਹਨਾਂ ਨੂੰ ਬਣਾਉਣ ਦੀ ਸਮਰੱਥਾ ਵੀ ਰੱਖਦਾ। ਇਸ ਲਈ ਕਹਿੰਦੇ ਉਹਦੇ ਅੱਗੇ ਝੁਕਿਆ ਕਰ। ਜਿਹੜਾ ਸੁੱਤਿਆਂ ਹੋਇਆਂ ਨੂੰ ਜਗਾ ਕੇ ਵੀ ਕਹਿੰਦਾ ਵੀ ਆ ਮੈਂ ਤੇਰੇ ਕੋਲ ਆਇਆ, ਸੁੱਤਿਆਂ ਨੂੰ ਜਗਾ ਦੇਗਾ, ਬਿਲਕੁਲ ਗਾਫਲ। ਤੇ ਉਹ ਜਿਹੜੇ ਜਾਗ ਜਾਗ ਕੇ ਬਹੁਤੇ ਹੰਕਾਰੀ ਹੋ ਗਏ, ਉਹਨਾਂ ਨੂੰ ਇਨਕਾਰ ਵੀ ਕਰ ਦਿੰਦਾ ਹੈ। ਇਹ ਉਹਦੇ ਵਿੱਚ ਬੜੀ ਸਮਰੱਥ ਹੈ। ਤਾਂ ਹੀ ਸਾਹਿਬ ਨੇ ਬਚਨ ਕੀਤੇ, ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾ ਲਹਿਨ, ਇੱਕ ਨਾ ਸੁੱਤਿਆਂ ਦੇ ਉਠਾਲ। ਕਹਿੰਦੇ ਨਮੋ ਸਾਜ ਸਾਜੇ, ਸਾਜਣ ਦੀ ਸ਼ਕਤੀ ਤੇਰੇ ਵਿੱਚ, ਸਿਰਜਣ ਕਰਨਾ ਹੈ, ਇੱਕ ਸਰੀਰ ਤੋਂ ਦੂਸਰਾ ਸਰੀਰ ਬਣਾ ਦੇਣਾ ਹੈ, ਇੱਕ ਬੀਜ ਤੋਂ ਲੱਖਾਂ ਬੀਜ ਫਲ ਬਣਾ ਸਕਣਾ ਹੈ, ਇੱਕ ਬੀਜ ਤੋਂ ਹਜ਼ਾਰਾਂ ਪੱਤੇ ਪੈਦਾ ਕਰ ਦੇਣਾ ਹੈ, ਇੱਕ ਨਿਮਕ ਦੇ ਵਿੱਚ ਕਰੋੜਾਂ ਧਰਤੀਆਂ ਸਾਜ ਦੇਣਾ, ਇੱਕ ਨਿਮਕ ਦੇ ਵਿੱਚ ਕੁਝ ਦਾ ਕੁਝ ਬਣਾ ਦੇਣਾ, ਤੇਰੇ ਵਿੱਚ ਸ਼ਕਤੀ, ਤੈਨੂੰ ਨਮਸਕਾਰ ਹੈ। ਫਿਰ ਸਤਿਗੁਰੂ ਇੱਕ ਬਚਨ ਕਹਿੰਦੇ, ਨਮੋ ਸ਼ਾਹ ਸ਼ਾਹੇ, ਸ਼ਾਹ ਉਸ ਨੂੰ ਕਹਿੰਦੇ ਜਿਹਦੇ ਕੋਲ ਇੰਨਾ ਧਨ ਹੋਏ ਵੀ ਉਹ ਆਪਣੇ ਆਪ ਜੋਗਾ ਤੇ ਹੋਵੇ ਉਹਦੇ ਕੋਲ, ਤੇ ਦੂਜਿਆਂ ਨੂੰ ਵਿਆਜ ਤੇ ਦੇ ਸਕੇ, ਉਹਨੂੰ ਕਹਿੰਦੇ ਸਿੱਧੀ ਬੋਲੀ ਵਿੱਚ ਕਹਿੰਦੇ ਆੜਤੀ। ਜਿਹਦੇ ਕੋਲ ਇੰਨੀ ਮਾਇਆ ਉਹ ਦੂਜਿਆਂ ਨੂੰ ਦੇ ਸਕਦਾ ਵੀ ਲੈ ਤੂੰ ਇਹਦੇ ਨਾਲ ਖੇਤੀ ਕਰ, ਜਦੋਂ ਤੇਰੀ ਫਸਲ ਪੱਕ ਜਾਏਗੀ ਤੂੰ ਲੈ ਆਵੀਂ, ਇਹ ਖਰਚਾ ਤੂੰ ਲੈ ਕੇ ਚਲਾ ਜਾ। ਕਲਗੀਆਂ ਵਾਲੇ ਸਤਿਗੁਰੂ ਕਹਿੰਦੇ ਤੂੰ ਸ਼ਾਹ ਹੈ, ਤੂੰ ਆੜਤੀ ਹੈ। ਜਿਹੜਾ ਤੇਰੇ ਦਰ ਤੇ ਆਉਂਦਾ ਹੈ ਉਹਨੂੰ ਤੂੰ ਦੇ ਦੇਣਾ ਹੈ, ਪਰ ਜਦੋਂ ਕੋਈ ਦੇਣਾ ਹੈ ਜਿਹੜਾ ਲੈ ਕੇ ਗਿਆ ਉਹ ਪਰਤ ਕੇ ਕਰਦਾ ਕੁਝ ਨਹੀਂ, ਇਹ ਉਹਦੀ ਗਲਤੀ ਹੈ। ਜਿਵੇਂ ਕੋਈ ਜ਼ਿਮੀਂਦਾਰ ਕਿਸੇ ਸ਼ਾਹ ਤੋਂ ਮਾਇਆ ਲੈ ਕੇ ਚਲਾ ਜਾਏ ਬੀਜ ਜੋਗੀ, ਤੇ ਜਾ ਕੇ ਬੀਜ ਵੇਚ ਕੇ ਖਾ ਜਾਏ, ਉਹ ਕਾਮਯਾਬ ਨਹੀਂ ਹੈ। ਤਾਂ ਉਹ ਇੱਕ ਸ਼ਾਹ ਹੈ। ਗੁਰੂ ਦੇ ਕੋਲ ਜਿੰਨਾ ਧਨ ਹੈ, ਜਿੰਨੀਆਂ ਬਰਕਤਾਂ ਨੇ, ਜਿੰਨੀਆਂ ਬਖਸ਼ਿਸ਼ਾਂ ਨੇ, ਇੱਕ ਵਾਰੀ ਸਤਿਗੁਰੂ ਸਾਰਿਆਂ ਨੂੰ ਦਿੰਦੇ ਨੇ। ਜਿਹੜਾ ਤੇ ਉਹਦੀ ਕਮਾਈ ਕਰਕੇ ਕਈ ਗੁਣਾ ਵਧਾ ਕੇ ਲਿਆਉਂਦਾ ਹੈ ਉਹਨੂੰ ਤਾਂ ਸ਼ਾਬਾਸ਼ ਮਿਲ ਜਾਂਦੀ, ਤੇ ਜਿਹੜਾ ਦਿੱਤਾ ਹੋਇਆ ਸੀ ਉਹ ਵੀ ਖਾ ਕੇ ਮੁੜ ਗਿਆ, ਉਹਨੂੰ ਕਹਿੰਦੇ ਤੂੰ ਚਲਾ ਜਾ, ਹੁਣ ਤੂੰ ਕੰਮ ਠੀਕ ਨਹੀਂ ਕੀਤਾ। ਇਹ ਡਿਊਟੀ ਆਦਮੀ ਦੀ, ਇਹ ਸਿੱਖ ਦਾ ਕੰਮ ਹੈ। ਸਾਰਾ ਕੁਝ ਗੁਰੂ ਨੇ ਨਹੀਂ ਕਰਨਾ, ਗੁਰੂ ਨੇ ਤੇ ਸੈਲਫ ਦੇਣਾ ਹੈ ਨਾ, ਇੱਕ ਵਾਰੀ ਤੋਰਨਾ ਹੈ। ਅੱਗੋਂ ਸਿੱਖ ਗਾਫਲ ਹੈ, ਸੁੱਤਾ ਹੋਇਆ ਜੀ, ਸਾਡਾ ਗੁਰੂ ਬੜਾ ਸਮਰੱਥ ਹੈ, ਸਾਨੂੰ ਕੀ ਲੋੜ ਹੈ ਉੱਠਣ ਦੀ ਜਾਗਣ ਦੀ, ਆਪੇ ਕਿਰਪਾ ਕਰ ਦੇਣੀ। ਗੁਰੂ ਨੇ ਬਥੇਰਾ ਨਿਤਨੇਮ ਕੀਤਾ, ਅਸੀਂ ਕਾਹਦੇ ਵਾਸਤੇ ਕਰੀਏ? ਗੁਰੂ ਨੇ ਬਥੇਰਾ ਨਾਮ ਜਪਿਆ, ਛੱਡੋ। ਸਾਡਾ ਗੁਰੂ ਹੀ ਬੜਾ ਅਮੀਰ ਸੀ, ਹੁਣ ਅਸੀਂ ਤਾਂ ਸੌਣ ਵਾਸਤੇ ਆ, ਨੀਂਦ ਪੂਰੀ ਕਰਨੀ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ਜਿਹੜੀ ਚੱਲਦੀ, ਹਜ਼ੂਰ ਕਹਿੰਦੇ ਨਹੀਂ, ਸ਼ਾਹ ਦਾ ਕੰਮ ਹੈ ਦੇਣਾ, ਲੈਣ ਵਾਲੇ ਦਾ ਕੰਮ ਹੈ ਉਹਨੂੰ ਵਧਾਉਣਾ। ਇਸ ਕਰਕੇ ਨਮਸਕਾਰ ਕਰਦੇ ਹੋਏ ਕਹਿੰਦੇ ਨਮੋ ਸ਼ਾਹ ਸ਼ਾਹੇ, ਬੜਾ ਵੱਡਾ ਤੂੰ ਸ਼ਾਹ ਹੈ। ਨਮੋ ਮਹਾ ਮਾਹੇ, ਤੂੰ ਬੜਾ ਮਾਹਿਰ ਹੈ।
ਤੇਰੇ ਵਿੱਚ ਕਲਾ ਬੜੀ, ਹਰ ਇੱਕ ਕੰਮ ਦੇ ਵਿੱਚ ਤੂੰ ਮਾਹਿਰ ਹੈ। ਤੇਰੇ ਵਿੱਚ ਬੜੀ ਸਮਰੱਥ ਹੈ, ਕਿਸ ਕੰਮ ਨੂੰ ਕਿਸ ਢੰਗ ਨਾਲ ਨਜਿੱਠਣਾ ਹੈ। ਬੜੀ ਮਾਹਿਰਤਾ ਤੇਰੇ ਵਿੱਚ, ਯੋਗਤਾ ਹੈ, ਤਰੀਕਾ ਆਉਂਦਾ ਤੈਨੂੰ ਹਰ ਇੱਕ ਕੰਮ ਨੂੰ ਕਰਨ ਦਾ। ਫਿਰ ਕਹਿੰਦੇ ਨਮੋ ਗੀਤ ਗੀਤੇ, ਤੂੰ ਗੀਤ ਵਰਗਾ ਹੈ। ਜਿਵੇਂ ਇੱਕ ਗੀਤਕਾਰ ਦੇ ਅੰਦਰ ਰਹਿੰਦਾ ਹੈ ਪਰ ਉਹਦੀ ਤਸਵੀਰ ਕੋਈ ਨਹੀਂ ਹੁੰਦੀ। ਗੀਤ ਦੀ ਕੋਈ ਤਸਵੀਰ ਨਹੀਂ। ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਨੇ, ਭਾਵੇਂ ਕਿੰਨੀਆਂ ਤਸਵੀਰਾਂ ਬਣਾਈਆਂ ਪਰ ਉਹਨਾਂ ਦੀ ਕੋਈ ਤਸਵੀਰ ਨਹੀਂ ਹੈ। ਤੂੰ ਗੀਤ ਵਰਗਾ ਹੈ। ਗੀਤ ਜਿੰਨਾ ਚਿਰ ਕੋਈ ਗਾਉਂਦਾ ਹੈ ਉਹਨਾਂ ਚਿਰ ਉਹ ਪ੍ਰਗਟ ਹੁੰਦਾ ਹੈ। ਜਦੋਂ ਗਾਉਣਾ ਬੰਦ ਕਰ ਦਿੰਦਾ ਗੀਤ ਅਲੋਪ ਹੋ ਜਾਂਦਾ, ਨਾਲੇ ਖਤਮ ਹੋ ਜਾਂਦਾ ਹੈ। ਤੂੰ ਇਸ ਤਰ੍ਹਾਂ ਦਾ ਹੈ, ਜਦੋਂ ਕੋਈ ਤੈਨੂੰ ਜਪਦਾ ਹੈ ਤਾਂ ਤੂੰ ਪ੍ਰਗਟ ਰਹਿਣਾ ਹੈ, ਸਾਹਮਣੇ ਆਉਣਾ ਹੈ। ਤੇਰਾ ਸਵਰੂਪ ਗੀਤ ਵਾਲਾ ਹੈ, ਤੂੰ ਗਾਉਂਦਾ ਹੈ। ਤੇਰੇ ਕੋਲ ਜਿਹੜੇ ਗਏ ਉਹਨਾਂ ਨੂੰ ਜਿਹੜੀ ਪ੍ਰਾਪਤੀ ਹੋਈ, ਉਹਨਾਂ ਨੇ ਗੀਤ ਹੀ ਸੁਣਿਆ ਹੈ, ਉਹਨਾਂ ਨੇ ਸੰਗੀਤ ਹੀ ਸੁਣਿਆ। ਇਸ ਕਰਕੇ ਕਹਿੰਦੇ ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ। ਤੇਰੇ ਵਿੱਚ ਇਹ ਸ਼ਕਤੀ ਹੈ। ਇਹ ਤਾਂ ਸੁਣਿਆ ਕਿ ਭਗਤ ਤੈਨੂੰ ਪ੍ਰੀਤ ਕਰਦੇ ਨੇ, ਪਰ ਇਹ ਗੱਲ ਵੀ ਹੈ ਕਿ ਤੂੰ ਭਗਤਾਂ ਨੂੰ ਪ੍ਰੀਤੀ ਕਰਨਾ ਹੈ, ਉਹਨਾਂ ਨੂੰ ਚੇਤੇ ਰੱਖਣਾ ਹੈ, ਉਹਨਾਂ ਨੂੰ ਪ੍ਰੀਤ ਕਰਨਾ ਹੈ, ਉਹਨਾਂ ਨੂੰ ਯਾਦ ਰੱਖਣਾ ਹੈ। ਉਹਨਾਂ ਦੀ ਖਿੱਚ ਵਿੱਚ ਤੂੰ ਬੱਝਾ ਰਹਿੰਦਾ ਹੈ, ਪ੍ਰੀਤ ਕਰਦਾ ਹੈ। ਇਹ ਤੇਰੇ ਅੰਦਰ ਗੁਣ ਹੈ। ਸਹਿਬ ਕਹਿੰਦੇ ਨਮੋ ਰੋਖ ਰੋਖੇ। ਰੋਖ ਦੇ ਅਰਥ ਕੀਤੇ ਨੇ ਸ਼ਕਤੀ, ਜੋਸ਼, ਚਾਅ ਨਾਲ ਕੰਮ ਕਰਨਾ। ਰੋਖ ਰੋਖੇ, ਤੇਰੇ ਵਿੱਚ ਜੋਸ਼ ਬੜਾ, ਤੂੰ ਕਦੀ ਥੱਕਦਾ ਨਹੀਂ। ਦਿਨ ਰਾਤ ਆਪਣੇ ਕਰਮ ਵਿੱਚ ਨਿਮਗਨ ਹੈ, ਤੁਰੀ ਜਾਣਾ, ਤੈਨੂੰ ਨਮਸਕਾਰ ਹੈ। ਫਿਰ ਹਜ਼ੂਰ ਕਹਿੰਦੇ ਨਮੋ ਸੋਖ ਸੋਖੇ। ਸੋਖ ਦਾ ਅਰਥ ਹੈ ਕਿਸੇ ਚੀਜ਼ ਨੂੰ ਸੁਕਾਉਣਾ, ਕਿਸੇ ਚੀਜ਼ ਨੂੰ ਜਜ਼ਬ ਕਰ ਜਾਣਾ, ਖਤਮ ਕਰ ਦੇਣਾ। ਜਿਹੜੇ ਲੋਕ ਤੈਨੂੰ ਪਿਆਰ ਕਰਦੇ ਨੇ ਉਹਨਾਂ ਦੇ ਗੁਨਾਹਾਂ ਨੂੰ, ਉਹਨਾਂ ਦੇ ਪਾਪਾਂ ਨੂੰ ਤੂੰ ਸੋਖ ਲੈਣਾ ਹੈ, ਖਤਮ ਕਰ ਦੇਣਾ, ਸੁਕਾ ਦੇਣਾ। ਉਹਨਾਂ ਦੀ ਜ਼ਿੰਦਗੀ ਦੇ ਦੁੱਖ ਸੁੱਕ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਸਹਿਬ ਕਹਿੰਦੇ ਨਮੋ ਸਰਬ ਰੋਗੇ, ਨਮੋ ਸਰਬ ਭੋਗੇ। ਕਿੰਨੀ ਡੂੰਘੀ ਅਵਸਥਾ ਹੈ ਕਿ ਜਿੱਥੇ ਰੋਗ ਵਿੱਚ ਵੀ ਉਹਦੇ ਦੀਦਾਰ ਕਰ ਲੈ। ਕਹਿੰਦੇ ਤੂੰ ਰੋਗ ਰੂਪ ਹੈ। ਜਦੋਂ ਤੂੰ ਰੋਗ ਬਣਨਾ ਹੈ, ਮੰਨ ਲਓ ਸਰੀਰ ਦੇ ਕਿਸੇ ਅੰਗ ਵਿੱਚ ਦਰਦ ਹੁੰਦੀ ਹੈ, ਉਹ ਇੱਕ ਰੋਗ ਹੈ। ਹਜ਼ੂਰ ਕਹਿੰਦੇ ਨੇ ਉਹਦੇ ਵਿੱਚ ਵੀ ਤੇਰਾ ਨਿਵਾਸ ਹੈ, ਉਸ ਦਰਦ ਵਿੱਚ ਵੀ ਤੂੰ ਹੀ ਨਿਵਾਸ ਰੱਖਣਾ, ਔਰ ਸਾਰੇ ਭੋਗਾਂ ਵਿੱਚ ਤੇਰਾ ਨਿਵਾਸ, ਤੂੰ ਰਹਿਣ ਵਾਲਾ ਹੈ। ਨਮੋ ਸਰਬ ਜੀਤੰ, ਸਾਰਿਆਂ ਨੂੰ ਜਿੱਤਣ ਵਾਲਾ, ਸਾਰਿਆਂ ਤੇ ਜਿੱਤ ਪ੍ਰਾਪਤ ਕਰਨ ਵਾਲਾ। ਨਮੋ ਸਰਬ ਭੀਤੰ, ਸਾਰਿਆਂ ਦੇ ਵਿੱਚ ਤੇਰਾ ਨਿਵਾਸ ਹੈ, ਸਾਰਿਆਂ ਦੇ ਵਿੱਚ ਤੂੰ ਰਹਿਣਾ ਹੈ। ਤੇ ਅਖੀਰ ਨੂੰ ਬਚਨ ਕੀਤੇ ਕਹਿੰਦੇ ਨਮੋ ਸਰਬ ਗਿਆਨੰ, ਸਾਰਿਆਂ ਦੇ ਮਨ ਦਾ ਗਿਆਤਾ ਹੈ, ਤੈਨੂੰ ਨਮਸਕਾਰ ਹੈ। ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ। ਤੇ ਸਹਿਬ ਕਹਿੰਦੇ ਨਮੋ ਪਰਮ ਤਾਨੰ, ਤਾਨੰ ਕਹਿੰਦੇ ਸ਼ਕਤੀ ਨੂੰ, ਤੇਰੇ ਵਿੱਚ ਬਹੁਤ ਵੱਡੀ ਸ਼ਕਤੀ ਹੈ। ਨਮੋ ਸਰਬ ਮੰਤਰੰ, ਨਮੋ ਸਰਬ ਜੰਤਰੰ, ਸਾਰੇ ਮੰਤਰਾਂ ਨੂੰ ਜਾਣਨ ਵਾਲਾ ਹੈ, ਔਰ ਸਾਰੇ ਜੰਤਰਾਂ ਦਾ ਤੂੰ ਗਿਆਤਾ ਹੈ। ਜਿੰਨੇ ਯੰਤਰ ਬਣੇ ਨੇ ਸੰਸਾਰ ਵਿੱਚ, ਜੋ ਕੁਝ ਚੱਲ ਰਿਹਾ, ਜਿੰਨੀ ਕਲਾ ਹੈ, ਸਾਰਿਆਂ ਨੂੰ ਜਾਣਨ ਵਾਲਾ ਹੈ। ਤੈਨੂੰ ਨਮਸਕਾਰ ਹੈ। ਤੇਰੇ ਵਿੱਚ ਬਹੁਤ ਵੱਡੀ ਕਲਾ, ਇਹ ਸਾਰੀਆਂ ਕਲਾਵਾਂ ਹਜ਼ੂਰ ਬਿਆਨ ਕਰ ਰਹੇ ਨੇ। ਆਓ 1-2 ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈ। ਸਮੇਂ ਦੀ ਸਮਾਪਤੀ ਹੈ। ਸਾਰਿਆਂ ਨੇ ਇਕਾਗਰ ਚਿੱਤ ਹੋ ਕੇ ਬੋਲਣ ਦਾ ਯਤਨ ਕਰਨਾ। ਵਾਹਿਗੁਰੂ 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 ਵਾਹਿਗੁਰੂ।